ਜੀ ਇਹ ਤਾਂ ਅਸੀਂ ਨਾ ਬਹੁਤ ਸਾਲਾਂ ਤੋਂ ਹੀ ਸੋਚ ਰਹੇ ਸੀਗੇ ਵੀ ਗੁਰਦੁਆਰਾ ਸਾਹਿਬ ਇੱਕ ਹੋ ਜਾਣ। ਥਾਂ ਥਾਂ ਤੇ ਸੀਗਾ, ਕੁਛ ਪਰਿਵਾਰ ਹੀ ਉੱਥੇ ਜਾਂਦੇ ਹੁੰਦੇ ਸੀਗੇ, ਦੋ ਚਲੇ ਗਏ ਜਾਂ ਦੋ ਉਸ ਗੁਰਦੁਆਰਾ ਘਰ ਚਲੇ ਗਏ, ਕੁਛ ਦੋ ਕੀ ਇੱਧਰ ਆ ਜਾਂਦੇ ਸੀ। ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਟਾਈਮ ਇਦਾਂ ਦਾ ਸਮਾਂ ਆ ਜਾਂਦਾ ਸੀ, ਉੱਥੇ ਸ਼ਾਮ ਦੇ ਵੇਲੇ ਸੁੱਖ ਆਸਣ ਨਹੀਂ ਸੀ ਹੁੰਦਾ। ਉਹ ਵੀ ਟਾਈਮ ਜਦੋਂ ਭਾਈ ਗ੍ਰੰਥੀ ਨੇ ਆਵਾਜ਼ ਦੇਣੀ ਵੀ ਸੁੱਖ ਆਸਣ ਨਹੀਂ ਹੋਇਆ, ਸਵੇਰ ਨੂੰ ਪ੍ਰਕਾਸ਼ ਨਹੀਂ ਹੋਣਾ, ਕਿਸੇ ਟਾਈਮ ਇਦਾਂ ਦਾ ਟਾਈਮ ਆ ਜਾਣਾ। ਉਸ ਕੰਮ ਨੂੰ ਆਪਾਂ ਬੱਚਿਆਂ ਸਿਰ ਤੇ ਨਹੀਂ ਛੱਡ ਸਕਦੇ। ਬਹੁਤ ਸਾਲਾਂ ਤੋਂ ਇਦਾਂ ਹੀ ਕਿਤੇ ਗੁਰਦੁਆਰੇ ਇੱਕ ਦੇ ਵਿੱਚ 4 ਸਿੰਘ ਹੋਣੇ ਤੇ 5-7 ਬੀਬੀਆਂ ਆਉਣੀਆਂ, ਤੇ ਕਿਸੇ ਦੇ ਵਿੱਚ ਆਉਂਦਾ ਹੀ ਨਹੀਂ ਕੋਈ। ਰਹਿ ਰਾਸ ਇੱਕ ਗੁਰਦੁਆਰੇ ਹੁੰਦੀ ਸੀ, ਬਾਕੀ ਦੂਸਰੇ ਦੋ ਗੁਰਦੁਆਰਿਆਂ ਦੀ ਕਦੇ ਰਹਿ ਰਾਸ ਨਹੀਂ। ਆਮ ਕਰਕੇ ਕਿਹਾ ਜਾਂਦਾ ਹੈ ਕਿ ਸਿੱਖ ਧਰਮ ਦੇ ਵਿੱਚ ਨਿਗਾਰ ਇੰਨਾ ਆ ਚੁੱਕਾ ਹੈ ਕਿ ਇੱਕ ਪਿੰਡ ਵਿੱਚ 3-3 4-4 ਗੁਰਦੁਆਰੇ ਬਣੇ ਹੋਏ ਨੇ। ਆਹ ਜੱਟਾਂ ਦਾ ਗੁਰਦੁਆਰਾ, ਆਹ ਰਾਮਗੜੀਆਂ ਦਾ, ਆਹ ਮਜ਼੍ਹਬੀ ਸਿੱਖਾਂ ਦਾ, ਆਦਿ ਕਰਕੇ ਆਪੋ ਆਪਣੀ ਜਾਤ ਦੇ ਹਿਸਾਬ ਨਾਲ ਗੁਰਦੁਆਰੇ ਬਣਾ ਲਏ ਜਾਂਦੇ ਨੇ, ਜੋ ਸਿੱਖੀ ਸਿਧਾਂਤ ਦੇ ਉਲਟ ਨੇ ਤੇ ਗੁਰਮਤ ਵਿਰੋਧੀ ਵੀ ਨੇ। ਪਰ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਜਲੰਧਰ ਜ਼ਿਲ੍ਹੇ ਦੇ ਪਿੰਡ ਟੁਰਨਾ ਦੀਆਂ ਨੇ, ਜਿੱਥੇ ਪਿੰਡ ਵਾਸੀਆਂ ਨੇ ਵੱਡੀ ਪਹਿਲ ਕਦਮੀ ਕੀਤੀ ਹੈ। ਇਸ ਪਿੰਡ ਦੇ ਵਿੱਚ 3 ਗੁਰੂ ਘਰਾਂ ਦੀ ਥਾਂ ਤੇ ਇੱਕ ਗੁਰਦੁਆਰਾ ਸਾਹਿਬ ਕਰ ਦਿੱਤਾ ਗਿਆ। ਪੰਚਾਇਤ ਨੇ, ਪੂਰੇ ਪਿੰਡ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਹੈ ਕਿ ਹੁਣ ਪਿੰਡ ਵਿੱਚ ਇੱਕ ਹੀ ਗੁਰੂ ਘਰ ਹੋਵੇਗਾ ਅਤੇ ਪਿੰਡ ਵਾਸੀ ਜਾਤ ਪਾਤ ਨੂੰ ਪਿੱਛੇ ਛੱਡ ਕੇ ਇਸੇ ਗੁਰੂ ਘਰ ਵਿੱਚ ਨਤਮਸਤਕ ਹੋਣਗੇ। ਸਮੂਹ ਸੰਗਤ ਇਸ ਨੇਕ ਉਪਰਾਲੇ ਨੂੰ ਸਭ ਨਾਲ ਸ਼ੇਅਰ ਕਰੋ ਤਾਂ ਜੋ ਹੋਰਨਾਂ ਪਿੰਡਾਂ ਵਾਲੇ ਵੀ ਇਸ ਨੇਕ ਕਾਰਜ ਤੋਂ ਸੇਧ ਲੈ ਸਕਣ। ਆਓ ਇਸ ਪਿੰਡ ਵਾਲਿਆਂ ਨਾਲ ਉਹਨਾਂ ਦੇ ਇਸ ਨੇਕ ਉਪਰਾਲੇ ਸੰਬੰਧੀ ਗੱਲਬਾਤ ਕਰਦੇ ਹਾਂ। ਇੱਕ ਪਿੰਡ ਦੇ ਵਿੱਚ 10-10 ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਜੋ ਇਸ ਗੱਲ ਦਾ ਸੰਕੇਤ ਹੈ ਕਿ ਅਸੀਂ ਵੰਡੇ ਜਾ ਚੁੱਕੇ ਹਾਂ। ਏਕ ਪਿਤਾ ਏਕ ਸਕੇ ਹਮ ਵਾਰਕ ਦੇ ਸਿਧਾਂਤ ਤੋਂ ਲਾਂਭੇ ਹੁੰਦਿਆਂ ਹੋਇਆਂ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਆਹ ਗੁਰਦੁਆਰਾ ਰਾਮਗੜੀਆਂ ਦਾ ਹੈ ਤੇ ਆਹ ਗੁਰਦੁਆਰਾ ਰਵਿਦਾਸੀਆਂ ਦਾ ਹੈ। ਇੱਥੋਂ ਤੱਕ ਕਿ ਸਾਡੇ ਜ਼ੁਬਾਨ ਦੇ ਉੱਪਰ ਇਹ ਲਫ਼ਜ਼ ਵੀ ਆ ਜਾਂਦੇ ਨੇ ਕਿ ਇਹ ਵਿਹੜੇ ਵਾਲਿਆਂ ਦਾ ਗੁਰਦੁਆਰਾ ਹੈ। ਪਤਾ ਨਹੀਂ ਇਹ ਗੱਲਾਂ ਕਿੱਥੋਂ ਆ ਗਈਆਂ, ਜਦ ਕਿ ਗੁਰਬਾਣੀ ਦਾ ਸਿਧਾਂਤ ਇਹ ਸਿੱਖਿਆ ਦਿੰਦਾ ਸੀ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਜੇ ਇਸ ਸਿਧਾਂਤ ਨੂੰ ਮੰਨ ਕੇ ਚੱਲਦੇ ਤਾਂ ਅੱਜ ਗੁਰੂਆਂ ਦੀ ਇਸ ਧਰਤੀ ਦੇ ਉੱਪਰ ਆਪਸੀ ਪਿਆਰ ਇੰਨਾ ਜ਼ਿਆਦਾ ਵੱਧ ਜਾਣਾ ਸੀ ਕਿ ਅਸੀਂ ਸਾਰਿਆਂ ਨੇ ਇੱਕ ਹੋ ਜਾਣਾ ਸੀ। ਇਸ ਵੇਲੇ ਖੜੇ ਹਾਂ ਦੁਆਬੇ ਦੇ ਪਿੰਡ ਟੁਰਨਾ ਦੇ ਵਿੱਚ। ਇਸ ਨਗਰ ਨਿਵਾਸੀਆਂ ਨੇ ਇੱਕ ਅਹਿਮ ਪਹਿਲ ਕਦਮੀ ਕੀਤੀ ਹੈ। ਪਿੰਡਾਂ ਦੇ ਬਾਕੀ ਗੁਰਦੁਆਰਾ ਸਾਹਿਬ ਜੋ 2 ਹੋਰ ਸਨ, ਉਥੋਂ ਗੁਰੂ ਸਾਹਿਬ ਜੀ ਦੇ ਸਰੂਪ ਪਿੰਡ ਨਗਰ ਨਿਵਾਸੀਆਂ ਦੀ ਸਹਿਮਤੀ ਦੇ ਨਾਲ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਕਰ ਦਿੱਤੇ ਗਏ ਨੇ। ਅਤੇ ਪਹਿਲ ਕਦਮੀ ਇਹ ਕੀਤੀ ਹੈ ਕਿ ਉਹਨਾਂ ਬਾਕੀ 2 ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਹੋਰ ਨਵੇਕਲੇ ਉਪਰਾਲੇ ਕੀਤੇ ਜਾਣਗੇ ਤੇ ਪਿੰਡ ਦੇ ਵਿੱਚ ਜੋ ਵੀ ਗੁਰਦੁਆਰੇ ਦੀਆਂ ਸੇਵਾਵਾਂ ਨੇ ਉਹ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਨਿਭਾਈਆਂ ਜਾਣਗੀਆਂ। ਅਸੀਂ ਜੇ ਇਹ ਗੱਲ ਕਰੀਏ ਵੀ ਪੰਜਾਬ ਦੀ ਧਰਤੀ ਦੇ ਉੱਪਰ ਕੀਤੀ ਗਈ ਇਹ ਪਹਿਲ ਕਦਮੀ ਇੱਕ ਨਵੇਕਲਾ ਉਪਰਾਲਾ ਵੀ ਕਹਿ ਸਕਦੇ ਹਾਂ। ਸਾਨੂੰ ਨਹੀਂ ਲੱਗਦਾ ਵੀ ਕਿਸੇ ਪਿੰਡ ਦੇ ਵਿੱਚ ਇਹ ਉਪਰਾਲਾ ਕੀਤਾ ਹੋਵੇ। ਜੇ ਕੋਈ ਕਰਨ ਵੱਲ ਤੁਰਦਾ ਵੀ ਹੈ, ਜੇ ਆਪਾਂ SGPC ਦੀ ਗੱਲ ਕਰੀਏ, ਉਹਨਾਂ ਦੇ ਵੱਲੋਂ ਵੀ ਬਕਾਇਦਾ ਹਦਾਇਤ ਹੈ ਕਿ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਹੈ। ਜੇ ਆਪਾਂ ਗੱਲ ਕਰਦੇ ਹਾਂ ਚੰਬਾ ਦੇ ਵਿੱਚ ਰੱਖੇ ਗਏ ਸਰਬੱਤ ਖਾਲਸੇ ਦੀ, ਉੱਥੇ ਵੀ ਇੱਕ ਮਤਾ ਪਾਇਆ ਗਿਆ ਸੀ ਵੀ ਪਿੰਡਾਂ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਕਰਨ ਦੇ ਲਈ ਨਵੇਕਲੇ ਉਪਰਾਲੇ ਕੀਤੇ ਜਾਣਗੇ, ਪਰ ਉਪਰਾਲਾ ਕੋਈ ਨਹੀਂ ਹੋ ਸਕਿਆ। ਹੁਣ ਨਗਰ ਨਿਵਾਸੀ ਤੁਰੇ ਨੇ, ਮਾਣ ਮਹਿਸੂਸ ਹੁੰਦਾ ਇਹਨਾਂ ਨਗਰ ਨਿਵਾਸੀਆਂ ਦੇ ਉੱਪਰ। ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਕਿਵੇਂ ਆਈਡੀਆ ਮਨ ਦੇ ਵਿੱਚ ਆਇਆ ਵੀ 3 ਗੁਰਦੁਆਰਾ ਸਾਹਿਬ ਤੋਂ ਇੱਕ ਗੁਰਦੁਆਰਾ ਸਾਹਿਬ ਕੀਤਾ ਜਾਵੇ? ਵੀਰ ਜੀ ਇਹ ਤਾਂ ਅਸੀਂ ਨਾ ਬਹੁਤ ਸਾਲਾਂ ਤੋਂ ਹੀ ਸੋਚ ਰਹੇ ਸੀਗੇ ਵੀ ਗੁਰਦੁਆਰਾ ਸਾਹਿਬ ਇੱਕ ਹੋ ਜਾਣ। ਥਾਂ ਥਾਂ ਤੇ ਸੀਗਾ, ਕੁਛ ਪਰਿਵਾਰ ਹੀ ਉੱਥੇ ਜਾਂਦੇ ਹੁੰਦੇ ਸੀਗੇ, ਦੋ ਚਲੇ ਗਏ ਜਾਂ ਦੋ ਉਸ ਗੁਰਦੁਆਰਾ ਘਰ ਚਲੇ ਗਏ, ਕੁਛ ਦੋ ਕੀ ਇੱਧਰ ਆ ਜਾਂਦੇ ਸੀ। ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਟਾਈਮ ਇਦਾਂ ਦਾ ਸਮਾਂ ਆ ਜਾਂਦਾ ਸੀ, ਉੱਥੇ ਸ਼ਾਮ ਦੇ ਵੇਲੇ ਸੁੱਖ ਆਸਣ ਨਹੀਂ ਸੀ ਹੁੰਦਾ। ਉਹ ਵੀ ਟਾਈਮ ਜਦੋਂ ਭਾਈ ਗ੍ਰੰਥੀ ਨੇ ਆਵਾਜ਼ ਦੇਣੀ ਵੀ ਸੁੱਖ ਆਸਣ ਨਹੀਂ ਹੋਇਆ, ਸਵੇਰ ਨੂੰ ਪ੍ਰਕਾਸ਼ ਨਹੀਂ ਹੋਣਾ, ਕਿਸੇ ਟਾਈਮ ਇਦਾਂ ਦਾ ਟਾਈਮ ਆ ਜਾਣਾ। ਉਸ ਕੰਮ ਨੂੰ ਆਪਾਂ ਬੱਚਿਆਂ ਸਿਰ ਤੇ ਨਹੀਂ ਛੱਡ ਸਕਦੇ ਵੀ ਬੱਚੇ ਉਹ ਕੰਮ ਕਰੀ ਜਾਣ। ਜਿਹੜਾ ਕੰਮ ਸਿਆਣਿਆਂ ਦੇ ਕਰਨ ਵਾਲਾ ਬੱਚੇ ਨਹੀਂ ਕਰ ਸਕਦੇ। ਇਸ ਲਈ ਅਸੀਂ ਆਪਣੇ
ਸਾਰੇ ਬੰਦਿਆਂ ਨਾਲ ਵਿਚਾਰ ਬਣਾਉਂਦੇ ਰਹੇ। ਇੱਕ ਦੋ ਵਾਰ ਅੱਗੇ ਵੀ ਕੋਸ਼ਿਸ਼ਾਂ ਕੀਤੀਆਂ ਵੀ ਆਪਾਂ ਗੁਰਦੁਆਰਾ ਸਾਹਿਬ ਇੱਕ ਕਰ ਲਈਏ, ਪਿੰਡ ਨਹੀਂ ਸੀ ਤੁਰਦਾ। ਫਿਰ ਵੀ ਕੁਛ ਅਸੀਂ ਪਰਸੋਂ ਇਸ ਹਿਸਾਬ ਨਾਲ ਤਿਆਰੀ ਕੀਤੀ, ਸਾਰੇ ਬੰਦਿਆਂ ਨਾਲ ਵਿਚਾਰ ਵਟਾਂਦਰਾ ਕੀਤਾ, ਪੰਚਾਇਤ ਨਾਲ ਤੁਰ ਗਈ, ਕਲੱਬ ਮੈਂਬਰ ਨਾਲ ਤੁਰੇ, ਸਾਰੇ ਗੁਰਦੁਆਰਾ ਸਾਹਿਬ ਦੀ ਕਮੇਟੀ ਨਾਲ ਤੁਰ ਪਈ ਸਾਰੀ, ਤੇ ਪੰਚਾਇਤ ਇਕੱਠੀ ਹੋਈ ਤੇ ਸਭ ਨੇ ਫਿਰ ਹੰਗਾਰਾ ਭਰਿਆ ਤੇ ਗੁਰਦੁਆਰਾ ਸਾਹਿਬ। ਜੀ ਸਰਪੰਚ ਸਾਹਿਬ ਵੀ ਸਾਡੇ ਨਾਲ ਨੇ। ਸਰਪੰਚ ਸਾਹਿਬ, ਇੰਜ ਨਹੀਂ ਲੱਗਦਾ ਤੁਹਾਨੂੰ ਕਾਫੀ ਵੱਡੀ ਏਜ ਲੱਗਦੀ ਹੈ ਤੁਹਾਡੀ, ਵੀ ਇੱਕ ਨਵੇਕਲਾ ਉਪਰਾਲਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਵੀ ਕਿਤੇ ਦੇਖਿਆ? ਨਹੀਂ, ਇਹ ਤਾਂ ਪਹਿਲੀ ਵਾਰ ਇੱਥੇ ਹੋਇਆ ਸਾਡੇ। ਜੀ ਬਹੁਤ ਸਾਲਾਂ ਤੋਂ ਇਦਾਂ ਵੀ ਕਿਤੇ ਗੁਰਦੁਆਰੇ ਇੱਕ ਦੇ ਵਿੱਚ 4 ਸਿੰਘ ਹੋਣੇ ਤੇ 5-7 ਬੀਬੀਆਂ ਆਉਣੀਆਂ ਜੀ, ਤੇ ਕਿਸੇ ਦੇ ਵਿੱਚ ਆਉਂਦਾ ਹੀ ਨਹੀਂ ਕੋਈ ਰਹਿ ਰਾਸ। ਇੱਕ ਗੁਰਦੁਆਰੇ ਹੁੰਦੀ ਸੀ ਜੀ, ਬਾਕੀ ਦੂਸਰੇ ਦੋ ਗੁਰਦੁਆਰਿਆਂ 'ਚ ਕਦੀ ਰਹਿ ਰਾਸ ਨਹੀਂ ਹੁੰਦੀ। ਜੀ ਜੀ। ਤੁਸੀਂ ਇਹ ਗੱਲ ਸੁਣੀ ਹੈ ਵੀ ਅੱਗੇ ਜਿਹੜਾ ਹੁੰਦਾ ਸੀਗਾ ਧਰਮਸ਼ਾਲਾ ਹੁੰਦੀ ਸੀ, ਧਰਮਸ਼ਾਲਾ ਦੇ ਵਿੱਚ ਬਕਾਇਦਾ ਨਾਲ ਜਿਹੜੀਆਂ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਹੁੰਦਾ ਸੀ, ਮੰਦਿਰ ਹੁੰਦਾ ਸੀ, ਮੰਦਿਰ ਦੇ ਨਾਲ ਪ੍ਰਬੰਧ ਕੀਤੇ ਜਾਂਦੇ ਸੀ, ਮਸਜਿਦ ਹੁੰਦੀ ਸੀ, ਉਹਦੇ ਨਾਲ ਬਕਾਇਦਾ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਂਦਾ ਸੀ। ਜੇ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਬਣ ਜਾਣ ਤੇ ਇਦਾਂ ਦੇ ਉਪਰਾਲੇ ਜਿਹੜੇ ਨੇ ਸਿੱਖੀ ਦੇ ਰਿਲੇਟਡ, ਜੇ ਆਪਾਂ ਗੱਲ ਕਰੀਏ ਸਿੱਖੀ ਦੇ ਨੂੰ ਅੱਗੇ ਵਧਾਉਣ ਦੇ ਲਈ, ਸਿੱਖੀ ਦੀ ਫੁਲਵਾੜੀ ਨੂੰ ਸੰਭਾਲਣ ਦੇ ਲਈ, ਇਹ ਜਿਹੜੇ ਨੇ ਸਹਾਈ ਹੋ ਸਕਦੇ ਨਾ ਗੁਰਦੁਆਰਾ ਸਾਹਿਬ, ਜੇ ਪਿੰਡ 'ਚ ਇੱਕ ਹੋਵੇ। ਤੇ ਜੇ ਆਪਣਾ ਗੁਰੂ ਗ੍ਰੰਥ ਸਾਹਿਬ ਵਾਸਤੇ ਬਾਬਾ ਜੋ ਸਹੀ ਹੋਵੇ, ਸਭ ਕੁਝ ਹੋ ਸਕਦਾ ਹੈ। ਸਿੱਖਿਆ ਵੀ ਦੇ ਸਕਦਾ। ਅਸੀਂ ਕਰਾਂਗੇ ਜ਼ਰੂਰ ਇਹ ਵੀ ਉਪਰਾਲਾ। ਜੀ ਜੀ। ਹਾਂਜੀ। ਤੇ ਨਗਰ ਨਿਵਾਸੀਆਂ ਦਾ ਕੀ ਸਹਿਯੋਗ ਹੈ? ਸਾਰੇ ਇੱਕ ਨੇ ਨਾ? ਸਾਰੇ ਇਸ ਟਾਈਮ ਇੱਕ ਆ ਜੀ। ਕਿ ਚਲੋ ਮਗਰੋਂ ਛੋਟੀਆਂ ਮੋਟੀਆਂ ਗਲਤੀਆਂ ਹੁੰਦੀਆਂ ਉਹਨਾਂ ਦਾ ਆਪੇ ਉਹਨਾਂ ਨੂੰ ਸੁਧਾਰ ਲਾਂਗੇ ਅਸੀਂ। ਜੀ ਜੀ। ਹਾਂਜੀ। ਤੇ ਹੁਣ ਤੁਹਾਨੂੰ ਕੀ ਲੱਗਦਾ ਹੈ ਵੀ ਆਉਣ ਵਾਲਾ ਸਮਾਂ ਜਿਹੜਾ ਹੈਗਾ, ਉਮੀਦ ਹੈ ਵੀ ਤੁਹਾਨੂੰ ਵੇਖ ਕੇ ਅੱਗੇ ਪੰਜਾਬ ਦੇ ਵਿੱਚ ਜਿਹੜੇ ਹੋਰ ਗੁਰਦੁਆਰਾ ਸਾਹਿਬ ਨੇ, ਬਾਬਾ ਜੀ ਇਹ ਵੀ ਦੇਖਿਆ, ਜੇ ਮੇਰੇ ਪਿੰਡ ਦੀ ਗੱਲ ਕਰਾਂ ਤੇ 7 ਗੁਰਦੁਆਰਾ ਸਾਹਿਬ ਨੇ, ਵੱਡੇ ਪਿੰਡਾਂ ਦੇ ਵਿੱਚ 10-10 15-15 ਗੁਰਦੁਆਰਾ ਸਾਹਿਬ ਨੇ। ਤੁਸੀਂ ਉਪਰਾਲਾ ਕੀਤਾ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਾਗਣਗੇ? ਹੋਰਨਾਂ ਦੇ ਪਿੰਡਾਂ ਦੇ ਵਿੱਚ ਵੀ ਬਹੁਤ, ਜਦੋਂ ਇਹ ਦੇਖਣਗੇ ਸਾਰੇ ਬੰਦੇ ਉੱਠਣਗੇ ਕੰਮ ਨੂੰ, ਕਹਿਣਾ ਇੱਕ ਗੁਰਦੁਆਰਾ ਕਰੋ, ਸਾਰੇ ਇਕੱਠੇ ਹੋ ਕੇ ਬਵਾਂਗੇ, ਸਾਰੇ ਗੱਲਾਂ ਵਿਚਾਰਾਂ ਸਾਰੀਆਂ ਹੋਣਗੀਆਂ। ਜੀ ਜੀ। ਤੁਸੀਂ ਇੱਕ ਚੀਜ਼ ਵੇਖੀ ਹੈ, ਜੇ ਗੁਰਦੁਆਰਾ ਸਾਹਿਬ ਘੱਟ ਹੋਣਗੇ, ਜਿਹੜਾ ਗ੍ਰੰਥੀ ਸਿੰਘ ਸੇਵਾ ਨਿਭਾਉਂਦਾ ਹੈ ਉਹਨੂੰ ਜਿਹੜੀ ਸੇਵਾ ਦਿੱਤੀ ਜਾਂਦੀ ਹੈ, ਜਿਹੜੀ ਆਮ ਸੇਵਾ ਦਿੱਤੀ ਜਾਂਦੀ ਹੈ, 4000 ਦੇਤਾ, 5000 ਦੇਤਾ, 6000 ਦੇਤਾ, ਜੇ ਸਾਰੇ ਜਿਵੇਂ ਇੱਕ ਪਿੰਡ ਦੇ ਵਿੱਚ 7 ਗੁਰਦੁਆਰਾ ਸਾਹਿਬ ਨੇ, ਜੇ ਆਪਾਂ 7000 ਦੀ ਵੀ ਗੱਲ ਕਰੀਏ ਤਾਂ 50000 ਰੁਪਈਆ ਜਿਹੜਾ ਹੈਗਾ ਉਹ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਵੰਡਿਆ ਜਾਂਦਾ। ਜੇ ਇੱਕ ਗ੍ਰੰਥੀ ਇਦਾਂ ਦਾ ਰੱਖਿਆ ਜਾਵੇ ਵੀ 20000 ਰੁਪਈਆ ਗ੍ਰੰਥੀ ਨੂੰ ਦਿੱਤਾ ਜਾਵੇ ਤੇ ਉਹ ਨਵੇਕਲੇ ਹੋਰ ਉਪਰਾਲੇ ਕਰੇ, ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਲਈ ਗੁਰਮਤਿ ਦੀਆਂ ਕਲਾਸਾਂ ਲਾਵੇ, ਸੰਥਿਆ ਦਿੱਤੀ ਜਾਵੇ। ਇਹ ਤਾਂ ਹੈ ਹੀ, ਜੇ ਨਾ ਗ੍ਰੰਥੀ ਨੂੰ ਦੇਵਾਂਗੇ ਤਾਂ ਹੀ ਉਹ ਮਿਹਨਤ ਕਰੂਗਾ ਤੇ ਬੱਚਿਆਂ ਨੂੰ ਪੜ੍ਹਾਊਗਾ, ਸਭ ਕੋ ਗਾਂ ਦੀ ਗਾਂ ਸਿੱਖਿਆ ਦੇਊਗਾ। ਤੇ ਜੇ ਆਪਾਂ ਗ੍ਰੰਥੀ ਨੂੰ ਦੇਵਾਂਗੇ 2000 4000 ਉਹਨੇ ਤਾਂ ਫਿਰ ਆਪਦਾ ਕਿਦੋਂ ਟਾਈਮ ਪਾਸ ਕਰਨਾ ਹੀ ਹੈ, ਬਾਹਰ ਜਾ ਕੇ। ਗ੍ਰੰਥੀ ਸਿੰਘ ਜੀ ਵੀ ਸਾਡੇ ਨਾਲ ਨੇ। ਬਾਬਾ ਜੀ, ਕਿਵੇਂ ਲੱਗ ਰਿਹਾ ਹੁਣ ਤੁਹਾਨੂੰ? ਇੱਕ ਨਵੇਕਲਾ ਉਪਰਾਲਾ ਹੈਗਾ, ਆਮ ਕਰਕੇ ਜਿਵੇਂ ਮੈਂ ਗੱਲ ਕੀਤੀ ਹੈ, ਕਿੰਨੇ ਗੁਰਦੁਆਰਾ ਸਾਹਿਬ ਜਾਤਾਂ ਬਰਾਦਰੀਆਂ ਦੇ ਨਾਂ ਦੇ ਉੱਪਰ ਬਣੇ ਹੋਏ, ਤੁਸੀਂ ਗੁਰਬਾਣੀ ਪੜ੍ਹਦੇ ਹੋ, ਹੁਣ ਕਿਵੇਂ ਲੱਗਦਾ ਹੈ ਤੁਹਾਨੂੰ? ਦੇਖੋ, ਜੇ ਆਪਾਂ ਜਾਤ ਪਾਤ ਦੀ ਗੱਲ ਕਰਦੇ ਹਾਂ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਉਦੋਂ ਮਹਾਰਾਜ ਨੇ ਖਤਮ ਕਰਤਾ। ਤੇ ਆਪਾਂ ਅੱਜ ਵੀ ਇਹ ਚਾਹੁੰਦੇ ਹਾਂ ਕਿ ਜਿੱਦਾਂ ਮਹਾਰਾਜ ਨੇ ਆਪਾਂ ਨੂੰ ਉਦੋਂ ਪ੍ਰੇਰਿਆ, ਉਸੇ ਤਰ੍ਹਾਂ ਜਿਹੜੀ ਸੰਗਤ ਆ ਅੱਜ ਵੀ ਗੁਰੂ ਘਰਾਂ ਦੇ ਵਿੱਚ ਜਿਹੜੇ ਜਾਤ ਪਾਤ ਨੂੰ ਛੱਡ ਕੇ ਇੱਕ ਥਾਂ ਇਕੱਠੇ ਹੋ ਕੇ ਇੱਕ ਝੰਡੇ ਥੱਲੇ ਬੈਠੀਏ। ਜੀ। ਜਿਵੇਂ ਇਦਾਂ ਹੁੰਦਾ ਹੈ ਵੀ ਅਨਾਉਂਸਮੈਂਟਾਂ ਕੀਤੀਆਂ ਜਾਂਦੀਆਂ ਨੇ ਹਨਾ, ਤੇ ਲੋਕਾਂ ਦੀ ਜ਼ੁਬਾਨ ਦੇ ਉੱਪਰ ਇਹ ਗੱਲ ਚੜੀ ਰਹਿੰਦੀ ਹੈ ਵੀ ਇਹ ਵਿਹੜੇ ਵਾਲਿਆਂ ਦੇ ਗੁਰਦੁਆਰੇ ਦੇ ਵਿੱਚੋਂ ਅਨਾਉਂਸਮੈਂਟ ਹੋ ਗਈ ਤੇ ਹੁਣ ਜੱਟਾਂ ਵਾਲਿਆਂ ਦੇ ਗੁਰਦੁਆਰੇ ਦੇ ਵਿੱਚੋਂ ਵੀ ਹੋਏਗੀ। ਇਹ ਵੰਡੀਆਂ ਨਹੀਂ ਪਈਆਂ ਲੱਗ ਰਹੀਆਂ ਆਪਾਂ ਨੂੰ? ਇੱਥੇ ਸਾਡਾ ਵਾਰ ਥੋੜਾ ਜਿਹਾ ਸੋਚ ਆ ਸਾਡੀ ਉਹ ਪਿੱਛੇ ਹੈਗੀ ਆ, ਕਿਉਂ ਸਿਧਾਂਤ ਦੇ ਨਾਲ ਨਹੀਂ ਜੁੜੇ ਅਸੀਂ ਬਿਲਡਿੰਗਾਂ ਨਾਲ ਜੁੜ ਗਏ ਆ, ਜਾਂ ਆਪਾਂ ਕਹਿ ਲਓ ਵੀ ਜਿਹੜੇ ਆਪਣੀ ਪਾਰਟੀ ਬਾਜੀ ਦੇ ਨਾਲ ਜੁੜ ਗਏ ਆ। ਉਹਨੂੰ ਛੱਡ ਕੇ ਜੇ ਆਪਾਂ ਗੁਰੂ ਮਹਾਰਾਜ ਦੇ ਸਿਧਾਂਤ ਦੇ ਨਾਲ ਜੁੜੀਏ ਤਾਂ ਫਿਰ ਕੋਈ ਫਰਕ ਨਹੀਂ ਹੈਗਾ। ਕਿਉਂ ਜਿਹੜਾ ਆਪਾਂ ਪ੍ਰਚਾਰ ਇੱਕ ਗੁਰੂ ਘਰ 'ਚ ਕਰਨਾ ਵਾ, ਜਦੋਂ ਦੂਸਰੇ ਥਾਂ ਜਾਵਾਂਗੇ ਉੱਥੇ ਵੀ ਉਹੀ ਗੁਰਬਾਣੀ ਦਾ ਜਾਪ ਹੋਣਾ। ਇਸ ਲਈ ਥਾਂ ਤੇ ਆਪਾਂ ਉਪਰਾਲੇ ਕਰਨ ਨਾਲੋਂ ਇੱਕ ਥਾਂ ਕਰੀਏ ਤੇ ਉਹਦੇ ਵਿੱਚ ਇਹ ਆ ਵੀ ਸਾਡਾ ਜਿਹੜਾ ਉਹ ਉਪਰਾਲਾ ਵਾ ਵਧੀਆ ਹੋਵੇਗਾ, ਸੰਗਤ ਇੱਕ ਥਾਂ ਬੈਠੇਗੀ, ਨਗਰ ਦੇ ਵਿੱਚ ਵੀ ਇਤਫਾਕ ਰਹੇਗਾ, ਔਰ ਜਿਹੜਾ ਉੱਥੋਂ ਦਾ ਮੈਨੇਜ ਆ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਇਕੱਠੇ ਹੋ ਕੇ ਬੈਠੋ। ਛੋਟੀਆਂ ਜੇ ਕੋਈ ਗੱਲਾਂ ਹੈਗੀਆਂ, ਮਤਭੇਦ ਹੈਗੇ ਤੇ ਉਹਨਾਂ ਨੂੰ ਭੁਲਾ ਕੇ ਇਕੱਠੇ ਹੋ ਕੇ ਬੈਠੋ। ਗੁਰਬਾਣੀ ਦਾ ਇਹ ਫੈਸਲਾ, ਜਦੋਂ ਸਫਾ ਵਿਛਾ ਕੇ ਬੈਠਾਂਗੇ ਤਾਂ ਬੜੀਆਂ ਚੀਜ਼ਾਂ ਹੱਲ ਹੋ ਜਾਂਦੀਆਂ ਨੇ। ਲੱਗਦਾ ਵੀ ਨਗਰ ਨਿਵਾਸੀ ਜਿਹੜੇ ਨੇ ਉਹ ਇੱਕ ਹੋ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਧਾਰਮਿਕ ਉਪਰਾਲੇ ਬੱਚਿਆਂ ਨੂੰ ਸਿਖਾਉਣ ਦੇ ਲਈ, ਕਿਉਂਕਿ ਬੱਚੇ ਹੀ ਕੌਮ ਦੀ ਫੁਲਵਾੜੀ ਤੇ ਸਰਮਾਇਆ ਹੋਇਆ ਕਰਦੇ ਨੇ। ਇਹਦੇ ਵਿੱਚ ਇਹ ਆ, ਦੇਖੋ ਮਹਾਰਾਜ ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ। ਜਦੋਂ ਗੁਰੂ ਮਹਾਰਾਜ ਦੇ ਵਿਚਾਰ ਨੂੰ ਆਪਾਂ ਹਿਰਦੇ ਵਿੱਚ ਵਸਾਵਾਂਗੇ ਤੇ ਸਾਡੀ ਦੂਈ ਦਵੈਤ ਜਿਹੜੀ ਭਾਵਨਾ ਉਹ ਖਤਮ ਫਿਰ ਹੋਵੇਗੀ।
ਜਦੋਂ ਆਪਾਂ ਬਚਨ ਦੇ ਉੱਪਰ ਦੀ ਸੁਣ ਲੈਨੇ ਆ, ਇਧਰੋਂ ਸੁਣ ਕੇ ਦੂਸਰੇ ਪਾਸੇ ਕੱਢਤਾ, ਫਿਰ ਉਹਦਾ ਜਿਹੜਾ ਸਾਡੇ ਤੇ ਅਸਰ ਨਹੀਂ ਹੋਣ ਵਾਲਾ। ਇਸ ਲਈ ਗੁਰੂ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਆਪਾਂ ਜਦੋਂ ਗੁਰੂ ਘਰ ਆਵਾਂਗੇ, ਗੁਰੂ ਦੇ ਬਚਨਾਂ ਤੇ ਪਹਿਰਾ ਦੇਵਾਂਗੇ, ਤੇ ਨਗਰ ਦੇ ਵਿੱਚ ਵੀ ਏਕਤਾ ਰਹੇਗੀ ਤੇ ਅਮਨ ਸ਼ਾਂਤੀ ਜਿਹੜੀ ਆ ਉਹ ਬਣੀ ਰਹੇਗੀ। ਔਰ ਜਿਤਨਾ ਵੀ ਹੈ, ਮੈਂ ਫਿਰ ਇਹ ਬੇਨਤੀ ਕਰੂੰਗਾ ਕਿ ਗ੍ਰੰਥੀ ਸਿੰਘ ਜਿਹੜਾ ਹੈ, ਗ੍ਰੰਥੀ ਸਿੰਘ ਨੂੰ ਥੋੜਾ ਸੁਖੈਨ ਹੋ ਜਾਂਦਾ। ਇੱਕ ਜਗ੍ਹਾ ਜਦੋਂ ਆਪਾਂ ਸੇਵਾ ਕਰਨੀ ਆ ਤਾਂ ਮਹਾਰਾਜ ਦੀ ਦੇਖਭਾਲ ਪੂਰੀ ਹੁੰਦੀ ਆ, ਉੱਥੇ ਸੇਵਾ ਸੰਭਾਲ ਚੰਗੇ ਤਰੀਕੇ ਨਾਲ ਕੀਤੀ ਜਾਂਦੀ ਆ। ਜਦੋਂ ਆਪਾਂ 4-5 ਗੁਰਦੁਆਰਿਆਂ ਵਿੱਚ ਇੱਕ ਸਿੰਘ ਨੇ ਸੇਵਾ ਕਰਨੀ ਹੋਵੇ, ਹੁਣ ਸੰਗਰਾਂਦ ਦਾ ਲਾਓ, ਸੰਗਰਾਂਦ ਜਦੋਂ 3 ਵਜੇ ਗ੍ਰੰਥੀ ਸਿੰਘ ਨੇ ਉੱਠਣਾ, 4 ਵਜੇ ਆਪਾਂ ਨਿਤਨੇਮ ਆਰੰਭ ਕਰਦੇ। ਨਿਤਨੇਮ ਦਾ ਟਾਈਮ ਸਾਰੇ ਗੁਰੂ ਘਰਾਂ ਦਾ ਇੱਕ, ਉਹਦੇ ਵਿੱਚ ਜਦੋਂ ਆਪਾਂ ਪਹਿਲਾਂ ਇੱਥੇ ਨਿਤਨੇਮ ਕਰਾਂਗੇ 6 ਵੱਜ ਜਾਂਦੇ, ਇੱਥੋਂ ਦੂਸਰੇ ਗੁਰੂ ਘਰ ਜਾਣਾ ਉੱਥੇ 1 ਘੰਟਾ ਫਿਰ ਲੱਗਣਾ, 7-7:30 ਹੋ ਗਏ। ਜਦੋਂ ਤੀਸਰੇ ਪਾਸੇ ਜਾਣਾ ਆਪਾਂ ਨੂੰ 8:30-9 ਵੱਜ ਜਾਂਦੇ ਸੰਗਰਾਂਦ ਮਨਾਉਂਦਿਆਂ ਨੂੰ, ਤੇ ਸੰਗਤ ਵੀ ਜਿਹੜੀ ਆ 9 ਵਜੇ ਤੱਕ ਢੀਕਦੀ ਰਹਿੰਦੀ। ਜੇ ਆਪਣਾ ਇੱਕ ਗੁਰੂ ਘਰ ਹੋਵੇਗਾ ਤਾਂ ਆਪਾਂ ਸਵੇਰ ਨੂੰ 6 ਵਜੇ ਸਾਰੇ ਜਿਹੜੇ ਆ ਉਹ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈ ਕੇ ਆਪਾਂ ਵਿਹਲੇ ਹੋ ਸਕਦੇ। ਜੀ ਜੀ, ਗ੍ਰੰਥੀ ਸਿੰਘ ਜਿਹੜਾ ਹੁੰਦਾ ਹੈ ਉਹ ਜ਼ਿਆਦਾ ਪਿੰਡ ਦੇ ਵਿੱਚ ਵਿਚਰਦਾ ਹੈ, ਉਹਦੀ ਡਿਊਟੀ ਵੀ ਹੁੰਦੀ ਹੈ ਵੀ ਘਰ ਘਰ ਵਿੱਚ ਜਾ ਕੇ ਜਿਹੜਾ ਹੈਗਾ ਉਹ ਸਿੱਖੀ ਦਾ ਪ੍ਰਚਾਰ ਕਰਨਾ ਜਾਂ ਮਿਲਵਰਤਨ ਬਣਾ ਕੇ ਰੱਖਣਾ। ਨਗਰ ਨਿਵਾਸੀਆਂ ਦੇ ਵਿੱਚ ਕੀ ਗੱਲਾਂ ਚੱਲਦੀਆਂ ਨੇ ਇਸ ਚੀਜ਼ ਨੂੰ ਲੈ ਕੇ, ਇੱਕ ਨਵੇਕਲੇ ਉਪਰਾਲੇ ਨੂੰ ਲੈ ਕੇ? ਦੇਖੋ, ਜਿਨ੍ਹਾਂ ਦੇ ਗੁਰੂ ਘਰ ਬਿਲਕੁਲ ਕਰੀਬ ਸੀ ਜਾਂ ਜਿਹੜੇ ਆਪਣੇ ਪ੍ਰਬੰਧਕ ਹਨ ਮੋਹਰੇ, ਜਿਹੜੇ ਗੁਰੂ ਘਰ ਦੇ ਵਿੱਚ ਸੇਵਾ ਕਰਦੇ, ਉਹਨਾਂ ਨੂੰ ਥੋੜਾ ਹਾਰਟ ਹੁੰਦਾ ਵਾ, ਪਰ ਉਹ ਜਦੋਂ ਸਮਾਂ ਪੈ ਕੇ ਥੋੜਾ ਬਹੁਤਾ ਜਿਹੜਾ ਹੈਗਾ ਵਾ ਉਹ ਹੌਲੀ ਹੌਲੀ ਮਤਲਬ ਠੀਕ ਹੋ ਜਾਣਾ ਹੈਗਾ। ਪਰ ਜਿਹੜਾ ਆਪਾਂ ਉਪਰਾਲਾ ਕੀਤਾ ਵਾ, ਆਪਾਂ ਇਸ ਬਚਨ ਤੇ ਪਹਿਰਾ ਦਿੰਨੇ ਵੀ ਜਿਹੜਾ ਆਪਾਂ ਉਦਮ ਜਿਹੜਾ ਕਦਮ ਚੱਕਿਆ ਵਾ, ਇਹ ਸਭ ਤੋਂ ਵਧੀਆ ਕਦਮ ਆ। ਇੱਕ ਜਗ੍ਹਾ ਸੰਗਤ ਇਕੱਠੀ ਹੋਵੇ, ਇੱਕ ਜਗ੍ਹਾ ਨਿਤਨੇਮ ਹੋਵੇ। ਜਿਹੜੇ ਬਾਕੀ ਪਿੰਡਾਂ ਦੇ ਆਪਾਂ ਤੁਸੀਂ ਗੱਲ ਕੀਤੀ ਵੀ ਜਿਹੜੇ ਗੁਰੂ ਘਰ ਕਈ ਜਗ੍ਹਾ ਤੇ 15 ਵਾ, ਕਈਆਂ ਤੇ 8-7 ਵਾ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਭਾਈ ਕਿ ਇੱਕ ਜਗ੍ਹਾ ਹੋ ਕੇ ਬੈਠੋ, ਤਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਦਾ ਜਿਹੜਾ ਆਪਾਂ ਇੱਕ ਥਾਂ ਉਪਦੇਸ਼ ਕਰਨਾ, ਦੂਜੇ ਥਾਂ ਵੀ ਉਹੀ ਹੈ। ਇਸ ਲਈ ਇੱਕ ਥਾਂ ਬੈਠ ਜਾਵਾਂਗੇ ਤਾਂ ਸਾਰਿਆਂ ਨੂੰ ਸੌਖਾ, ਸੰਗਤ ਨਗਰ ਸਾਰਾ ਇੱਕ ਥਾਂ ਬੈਠੂਗਾ। ਔਰ ਗ੍ਰੰਥੀ ਸਿੰਘ ਨੂੰ ਵੀ ਜਿਹੜੀ ਸੇਵਾ ਨਿਭਾਉਣੀ ਆ ਉਹ ਸੌਖੀ ਆ। ਬਾਕੀ ਸਾਡੇ ਜਿਹੜੇ ਕਹਿ ਲਓ ਵੀ ਆਪਣਾ ਪ੍ਰਬੰਧ ਕਰਨ ਦੇ ਵਿੱਚ ਸਾਡੇ ਜਿਹੜੇ ਨਜਾਇਜ਼ ਖਰਚੇ ਹੋ ਰਹੇ ਆ ਉਹਨਾਂ ਤੋਂ ਬਚ ਜਾਵਾਂਗੇ, ਬਿਜਲੀ ਦੇ ਬਿੱਲਾਂ ਤੋਂ ਬਚ ਜਾਵਾਂਗੇ, ਔਰ ਸਾਡਾ ਜਿਹੜੀ ਬਜਟ ਆ ਉਹਦੇ ਵਿੱਚ ਵੀ ਜਿਹੜਾ ਵਾਧਾ ਹੋਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗਿਆਨੀ ਸਰਜੀਤ ਸਿੰਘ ਜੀ ਜੋ ਸੁਲਤਾਨਪੁਰ ਲੋਧੀ ਦੇ ਵਿੱਚ ਹੈੱਡ ਗ੍ਰੰਥੀ ਦੀ ਡਿਊਟੀ ਨਿਭਾਉਂਦੇ ਨੇ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਨਵੇਕਲਾ ਉਪਰਾਲਾ ਕੀਤਾ ਗਿਆ ਜੀ ਦੁਆਬੇ ਦੇ ਵਿੱਚ, ਅਸੀਂ ਦੇਖ ਰਹੇ ਸੀ ਵੀ ਇਕੱਲੇ ਨੌਜਵਾਨ ਬੱਚਿਆਂ ਦੀ ਗੱਲ ਕਰ ਲੈਂਦੇ ਆ ਤੇ ਬਜ਼ੁਰਗਾਂ ਦੀ ਗੱਲ ਕਰ ਲੈਂਦੇ ਆ। ਨਵੇਕਲੀ ਖੁਸ਼ੀ ਹੈ ਮਨ ਦੇ ਵਿੱਚ, ਇੰਜ ਲੱਗ ਰਿਹਾ ਜਿਵੇਂ ਚਾਅ ਚੜਿਆ ਹੁੰਦਾ ਵੀ ਇੱਕ ਹੋਣ ਦਾ। ਕਿਵੇਂ ਲੱਗਦਾ ਤੁਹਾਨੂੰ? ਪਹਿਲੀ ਗੱਲ ਕਿ ਸਾਡਾ ਗੁਰੂ ਇੱਕ ਜੀ, ਸਿਧਾਂਤ ਇੱਕ ਜੀ, ਸਾਡਾ ਪਿੰਡ ਇੱਕ, ਵਾਸੀ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੇ, ਸਾਡਾ ਮਾਂ ਇੱਕ, ਸਾਡਾ ਪਿਓ ਇੱਕ, ਤੇ ਸਤਿਗੁਰੂ ਜੀ ਦੀ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਜਦੋਂ ਅਸੀਂ ਸਾਡਾ ਸਾਰਾ ਕੁਝ ਇੱਕ ਆ, ਪਰ ਦੁੱਖ ਦੀ ਗੱਲ ਇਹ ਆ ਕਿ ਜੋ ਪਿਛਲੇ ਸਮੇਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2006 'ਚ, 2008 'ਚ ਔਰ 2011 'ਚ, 2013 'ਚ ਵੱਖ-ਵੱਖ ਸਮਿਆਂ ਵਿੱਚ ਕੈਂਪ ਲਾਏ ਗਏ ਗੁਰਬਾਣੀ ਸੰਥਿਆ ਦੇ, ਜਿਹਦੇ ਵਿੱਚ ਅਕਸਰ ਮੈਨੂੰ ਜਾਣ ਦਾ ਮੌਕਾ ਮਿਲਿਆ। 200 ਤੋਂ ਵੱਧ ਕਰੀਬ ਕੈਂਪ ਲਾਏ। ਉਹਨਾਂ ਕੈਂਪਾਂ ਦੇ ਵਿੱਚ 20,000 ਗ੍ਰੰਥੀ ਸਿੰਘਾਂ ਨੂੰ ਲਗਭਗ ਫੇਸ ਹੋਣ ਦਾ ਮੈਨੂੰ ਮੌਕਾ ਮਿਲਿਆ, ਪਿੰਡਾਂ ਜਾਣ ਦਾ ਮੌਕਾ ਮਿਲਿਆ। ਤੇ ਇੱਕ ਗੱਲ ਦੇਖਣ ਚਾਹੀ ਵੀ ਪਹਿਲੀ ਤੇ ਗੱਲ ਕਿ ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਬਹੁਤ ਨੇ, ਗੁਰਦੁਆਰੇ ਆ ਕਰਕੇ ਡਿਵਾਈਡੇਸ਼ਨ ਆ। ਦੂਜੇ ਨੰਬਰ ਤੇ ਮੈਂ ਦੇਖਿਆ ਕਿ ਸਾਡੀ ਮਰਿਆਦਾ ਕਰਕੇ ਅਸੀਂ ਵੰਡੇ ਗਏ, ਸਿਧਾਂਤ ਕਰਕੇ ਵੰਡੇ ਗਏ, ਫਲਸਫੇ ਕਰਕੇ ਵੰਡੇ ਗਏ, ਕਿਉਂਕਿ ਹਰ ਇੱਕ ਨੇ ਆਪਣੀ ਆਪਣੀ ਡਫਲੀ ਜਿਹੜੀ ਸੀ ਉਹ ਵਜਾਉਣੀ ਸ਼ੁਰੂ ਕਰ ਦਿੱਤੀ। ਇੱਥੋਂ ਤੱਕ ਕਿ ਗ੍ਰੰਥੀ ਸਿੰਘਾਂ ਦੇ ਵੀ ਮੈਂ ਵੇਖਿਆ ਕਿ ਸਾਡੇ ਜਿਹੜੇ ਪੰਜਾਬ ਦੇ ਆ ਤਕਰੀਬਨ 14,000 ਦੇ ਨੀਅਰ ਅਬਾਊਟ ਪਿੰਡ ਪੈਂਦੇ ਆ, 12,800 ਦੱਸਦੇ ਆ। ਔਰ ਜੇ ਆਪਾਂ ਇਹਨਾਂ ਪਿੰਡਾਂ ਦੀ ਕਰੀਏ ਤੇ 5 ਦੇ ਨਾਲ ਕੈਲਕੂਲੇਸ਼ਨ ਕਰੀਏ ਤੇ ਤਾਂ ਵੀ 60,000 ਦੇ ਕਰੀਬ ਗੁਰਦੁਆਰਾ ਤੇ ਹੀ ਬਣ ਜਾਂਦਾ। ਕੁਝ ਸ਼ਹਿਰਾਂ ਦੇ ਪਾ ਕੇ ਮੇਰੀ ਸਮਝ ਆਉਂਦਾ ਸੀ ਕਿ ਲੱਖ ਤੋਂ ਉੱਪਰ ਗੁਰਦੁਆਰੇ ਸਾਹਿਬਾਨ ਜਿਹੜੇ ਉਹ ਸਾਡੇ ਚਲੇ ਜਾਂਦੇ ਆ। ਤੇ ਇਸ ਤੋਂ ਅੱਗੇ ਜੇ ਪੂਰੇ ਭਾਰਤ ਦੇ ਜਾਂ ਪੂਰੀ ਦੁਨੀਆ ਦੇ ਵਿੱਚ ਮੇਰੀ ਸਮਝ ਆਇਆ ਵੀ 5 ਲੱਖ ਦੇ ਲਗਭਗ ਗੁਰਦੁਆਰੇ ਸਾਡੇ ਹੋਣੇ ਆ। ਅੰਦਾਜ਼ਾ ਜਿਹਾ ਇੱਕ ਮੈਂ ਰਫਲੀ ਆਈਡੀਆ ਲਾਇਆ। 5 ਲੱਖ ਗੁਰਦੁਆਰਿਆਂ ਦੇ ਵਿੱਚ ਜੇ ਜ਼ਿਆਦਾ ਨਹੀਂ ਤੇ ਆਪਾਂ ਕਿਤੇ ਇੱਕ ਭਾਈ, ਕਿਤੇ 2, ਕਿਤੇ 4, ਕਿਤੇ ਰਾਗੀ, ਢਾਡੀ, ਕੁਈਸ਼ਰ, ਪ੍ਰਚਾਰਕ, ਕਥਾਵਾਚਕ ਕਿਤੇ ਆਦਿਕ ਪਾ ਕੇ, ਖੰਡ ਪਾਠੀ ਪਾ ਕੇ, ਗ੍ਰੰਥੀ ਪਾ ਕੇ, ਜ਼ਿਆਦਾ ਨਹੀਂ ਤੇ 15 ਲੱਖ ਲੋਕਾਂ ਦੀ ਰੋਟੀ ਰੋਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਜੁੜੀ ਆ। ਪਰ ਉਹਨਾਂ 15 ਲੱਖ ਲੋਕਾਂ ਵੱਲ ਜਦੋਂ ਮੈਂ ਝਾਕ ਕੇ ਵੇਖਿਆ, ਉਹ 20,000 ਦੇ ਵਿੱਚੋਂ
ਮੋਟੀ ਜਿਹੀ ਸਮਝ ਪਈ ਕਿ ਸਾਡੀ ਅਰਦਾਸ ਵੀ ਇੱਕ ਨਹੀਂ ਗੀ। ਜਿਹੜੀ 3 ਮਿੰਟ ਦੀ ਸਾਡੀ ਅਰਦਾਸ ਉਹ ਇੱਕ ਨਹੀਂ। ਮੈਂ ਉਹੀ ਗੱਲ ਕਰਿਆ ਕਿ ਅਸੀਂ ਡਿਵਾਈਡੇਸ਼ਨ ਹੋਣ ਦੇ ਕਾਰਨ ਕਿੰਨੇ ਬਣੇ, ਕਿਉਂਕਿ ਅਸੀਂ ਜਗ੍ਹਾ ਜਗ੍ਹਾ ਤੇ ਗੁਰਦੁਆਰੇ ਆਪਣੇ ਨਿੱਜੀ ਮਫਾਦਾਂ ਨੂੰ ਜਾਂ ਕਈ ਗੱਲਾਂ ਨੇ ਛੋਟੀਆਂ ਗੱਲਾਂ ਤੋਂ ਉਲਝ ਕੇ ਲੜ ਕੇ ਝਗੜ ਕੇ ਕਈ ਗੱਲਾਂ ਦੀਆਂ ਸਾਨੂੰ ਜਰਨ ਸ਼ਕਤੀ ਜਿਹੜੀ ਨਾ ਉਹ ਬਹੁਤ ਜ਼ਿਆਦਾ ਚਾਹੀਦੀ ਹੈ। ਮੈਂ ਇਹ ਨਗਰ ਨਿਵਾਸੀਆਂ ਨੂੰ ਚੰਗੀ ਗੱਲ ਲਈ ਇਹਨਾਂ ਨੇ ਬਹੁਤ ਚੰਗਾ ਕਦਮ ਕੀਤਾ। ਇਹਦੇ ਨਾਲ ਇਹ ਆ ਕਿ ਬਾਕੀ ਜਿਹੜੇ ਗੁਰਦੁਆਰਾ ਸਾਹਿਬਾਨ ਜਾਂ ਜੇ ਕਿਸੇ ਦਾ ਦਿਲ ਦੁਖਿਆ ਵੀ ਹੈ ਨਾ ਉਹਨੂੰ ਗੱਲ ਨਾ ਲਾਉਣ, ਉਹਨੂੰ ਵੀ ਬਣਦਾ ਮਾਣ ਤਾਣ ਦੇਣ। ਇਸ ਤਰ੍ਹਾਂ ਨਾ ਹੋਵੇ ਵੀ ਕਈ ਵਾਰ ਹੁੰਦਾ ਵਾ ਵੀ ਇੱਕ ਪਾਰਟੀ ਤਗੜੀ ਹੁੰਦੀ ਹੈ ਤੇ ਦੂਜੇ ਨੂੰ ਉਹ ਦਬਾ ਕੇ ਹੀ ਕੰਮ ਕਰ ਜਾਂਦੀ ਆ। ਇੱਥੇ ਆ ਦਬਾ ਕੇ ਵਾਲਾ ਕੰਮ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹਦੇ ਵੀ ਸਾਡਾ ਸਿਧਾਂਤ ਉਲਟ ਆ। ਇਹ ਗੱਲ ਸਾਨੂੰ ਧਿਆਨ 'ਚ ਰੱਖਣੀ ਚਾਹੀਦੀ। ਸਾਡੇ ਗੁਰੂ ਸਾਹਿਬਾਨ ਨੇ ਪਿਆਰ ਦੀ ਭਾਸ਼ਾ, ਪ੍ਰੇਮ ਦੀ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਵਾਲੀ ਗੱਲ ਹੈ। ਅਸੀਂ ਪਿਆਰ ਵਿੱਚ ਮਿਲ ਕੇ ਰਹਿਣ ਦੀ ਕੋਸ਼ਿਸ਼ ਕਰਨੀ ਆ, ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ, ਉਹਨਾਂ ਨੂੰ ਵੀ ਬਣਦੇ ਮਾਣ ਤਾਣ ਦੇਣੇ। ਇਹ ਨਾ ਹੋਵੇ ਵੀ ਆਪਾਂ ਕਈ ਵਾਰ ਐਵੇਂ ਆਪਣੀ ਆਪ ਨੂੰ ਪਿੱਛੇ ਕਰ ਲੈਣ 'ਚ ਵੀ ਭਲਾ ਵਾ। ਜੇ ਕੌਮ ਦਾ ਭਲਾ ਹੁੰਦਾ ਹੋਵੇ, ਪੰਥ ਦਾ ਭਲਾ ਹੁੰਦਾ ਹੋਵੇ ਤੇ ਆਪ ਪਿੱਛੇ ਹੋ ਜਾਓ ਤੇ ਤਾਂ ਵੀ ਕੋਈ ਬੁਰੀ ਗੱਲ ਨਹੀਂ ਹੁੰਦੀ, ਉਹਦੇ 'ਚ ਵੱਡਾ ਯੋਗਦਾਨ ਹੁੰਦਾ। ਕਈ ਵਾਰ ਅਸੀਂ ਆਪਣੇ ਆਪ ਨੂੰ ਪਿੱਛੇ ਨਹੀਂ ਕਰਦੇ ਤੇ ਪੰਥ ਦਾ ਨੁਕਸਾਨ ਕਰ ਦਿੰਦੇ ਹਾਂ, ਕੌਮ ਦਾ ਨੁਕਸਾਨ ਕਰ ਦਿੰਦੇ ਹਾਂ। ਕੁਝ ਗੱਲਾਂ ਐਸੀਆਂ ਜਿਹੜੀਆਂ ਸਾਨੂੰ ਆਪਣੇ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ। ਤੇ ਸਾਡੇ ਗੁਰੂ ਦਾ ਸਿਧਾਂਤ ਜਿਹੜਾ ਹੈ ਫਿਰ ਸਾਨੂੰ ਇੱਕ ਹੋਣ ਦੀ ਬਹੁਤ ਲੋੜ ਹੈ। ਗੁਰਦੁਆਰੇ ਸਾਹਿਬਾਨ ਜਿਹੜੇ ਲੋੜ ਤੋਂ ਵੱਧ ਬਣ ਗਏ ਆ ਉਹ ਨਹੀਂ ਚਾਹੀਦੇ। ਲੋੜ ਮੁਤਾਬਕ ਗੁਰਦੁਆਰਾ ਸਾਹਿਬਾਨ ਚਾਹੀਦੇ ਆ। ਜੇ ਅਸੀਂ ਸਾਂਭ ਸੰਭਾਲ ਦੀ, ਭਾਈ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਸੰਭਾਲ ਕਰਨੀ ਹੋਵੇ ਤੇ ਸਾਨੂੰ ਉਹਦੇ ਲਈ, ਕਿਉਂਕਿ ਇੱਕ ਜਗ੍ਹਾ ਦੇ ਉੱਤੇ ਕਰਨੀ ਗ੍ਰੰਥੀ ਸਿੰਘ ਲਈ ਸੌਖ ਵੀ ਆ ਤੇ ਨਗਰ ਨੂੰ ਸਹਿਯੋਗ ਵੀ ਕਰਨਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਸੰਭਾਲ ਦੇ ਵਿੱਚ ਤਤਪਰ ਰਹਿਣ ਲਈ ਕਈ ਵਾਰ ਸਾਨੂੰ ਲੱਗਦਾ ਵੀ ਬਾਬੇ ਦਾ ਕੰਮ ਕੀ, ਸਵੇਰੇ ਉੱਠਿਆ ਤੇ ਮਹਾਰਾਜ ਦਾ ਪ੍ਰਕਾਸ਼ ਕਰਤਾ, ਮੁੜ ਕੇ ਕੋਈ ਕੰਮ ਹੀ ਨਹੀਂ ਹੈਗਾ। ਨਹੀਂ, ਬਹੁਤ ਸਾਰਾ ਕੰਮ ਹੁੰਦਾ, ਪੂਰਾ ਦਿਨ ਵਿੱਚ ਕੰਮ ਬਹੁਤ ਸਾਰਾ ਹੁੰਦਾ। ਜੇ ਕਰਨਾ ਹੋਵੇ ਤੇ, ਨਹੀਂ ਕਰਨਾ ਤੇ ਵਾਕਿਆ ਨਹੀਂ ਹੈਗਾ। ਜੇ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੰਨਿਆਂ ਦੀ ਸਾਂਭ ਸੰਭਾਲ ਸੇਵਾ ਕਰਨੀ। ਉਹਦੇ ਵਿੱਚ ਕਈ ਵਾਰ ਮੱਛਰ ਆ ਜਾਂਦਾ, ਕਈ ਗੱਲਾਂ ਅਸੀਂ ਹੁਣ ਹਰ 3 ਮਹੀਨੇ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਰੇ ਸਰੂਪ ਚੈੱਕ ਕਰਾਉਣੇ, ਕੱਲਾ ਉਹਦੀ ਸਫਾਈ ਕਰਾਉਣੇ ਆ। ਕਈ ਵਾਰ ਵਿੱਚ ਮੱਛਰ ਵੜ ਜਾਂਦੇ ਆ, ਬੜੀ ਬਰੀਕੀ ਨਾਲ ਕੋਸ਼ਿਸ਼ ਕਰੀਦੀ ਹੈ। ਫਿਰ ਉਹਨਾਂ ਦੇ ਹੋਰ ਸਾਫ ਸਫਾਈਆਂ ਬਹੁਤ ਸਾਰੀਆਂ ਹੁੰਦੀਆਂ ਨੇ ਜਿਹੜੀਆਂ ਕਰਾਉਣ ਵਾਲੀਆਂ ਹੁੰਦੀਆਂ। ਕਈ ਵਾਰ ਸੰਗਤਾਂ ਆ ਕੇ ਕਰਦੀਆਂ ਨੇ ਬਟ ਫਿਰ ਵੀ ਬਹੁਤ ਸਾਰਾ ਕੁਛ ਜਿਹੜਾ ਆ ਰਹਿ ਜਾਂਦਾ ਹੈ ਤੇ ਬਹੁਤ ਸਾਰਾ ਕੰਮ ਹੁੰਦਾ ਜਿਹੜਾ ਕਰਨ ਵਾਲਾ ਹੁੰਦਾ। ਕਈ ਅਸੀਂ ਵੈਸੇ ਹੀ ਨਿੱਕੀਆਂ ਗੱਲਾਂ ਕਰਕੇ ਅਸੀਂ ਸੋਚਦੇ ਵੀ ਭਾਈ ਦਾ ਕੰਮ ਹੀ ਕੋਈ ਨਹੀਂ, ਭਾਈ ਤੇ ਵਿਹਲਾ ਹੁੰਦਾ, ਉਹਨੇ ਤੇ ਕੜਾਹ ਖਾ ਲਿਆ, ਜੇ ਕਰ ਲਿਆ, ਉਹ ਕਰ ਲਿਆ। ਇੱਦਾਂ ਦੀਆਂ ਗੱਲਾਂ ਸਾਡੇ ਛੱਲੀ ਜੁਲੀ ਜਾਂਦੀਆਂ ਨੇ, ਲੇਕਿਨ ਇਹ ਗੱਲ ਹੁੰਦੀ ਨਹੀਂ ਆ। ਕੰਮ ਉਹਦੇ ਤੇ ਪਹਿਲੀ ਗੱਲ ਤੇ ਜ਼ਿੰਮੇਵਾਰੀ ਬੜੀ ਵੱਡੀ ਹੁੰਦੀ ਹੈ, ਖਾਸ ਕਰਕੇ ਗ੍ਰੰਥੀ ਸਿੰਘ ਦੀ। ਇੱਕ ਸਾਡੇ ਜੰਗੀਆਣਾ ਸਾਹਿਬ ਨੇ ਇੰਚਾਰਜ ਰਹੇ ਨੇ ਹਾਪੜ ਮਿਸ਼ਨ ਦੇ, ਉਹਨਾਂ ਇੱਕ ਵਾਰ ਬੜੀ ਵਧੀਆ ਗੱਲ ਕੀਤੀ। ਕਹਿੰਦੇ ਮਸਕੀਨ ਜੀ ਜਾ ਰਹੇ ਸੀ ਤੇ ਉਹਨਾਂ ਨੇ ਰੋਕ ਕੇ ਗੱਡੀ ਦੇਖਿਆ, ਕਹਿੰਦਾ ਸਾਰੇ ਪਿੰਡ ਨੂੰ ਇੱਕ ਰੰਗ ਜੀ। ਕਹਿੰਦੇ ਇਹਦਾ ਕਾਰਨ ਕੀ? ਜਦੋਂ ਪੁੱਛਿਆ ਜਾ ਕੇ ਤੇ ਕਹਿੰਦੇ ਜੀ ਉਹ ਪਿੰਡ ਦਾ ਗ੍ਰੰਥੀ ਸਿੰਘ ਦਾ ਕਾਰਨ ਸੀ, ਸਾਰੇ ਪਿੰਡ ਨੂੰ ਇੱਕੋ ਰੰਗ ਕਰਾਤਾ। ਪਿੰਡ ਦਾ ਗ੍ਰੰਥੀ ਇੰਨਾ ਪਿੰਡ ਦੇ ਗ੍ਰੰਥੀ ਦਾ ਬੜਾ ਵੱਡਾ ਯੋਗਦਾਨ ਹੁੰਦਾ, ਬੜੀ ਵੱਡੀ ਉਹਦੀ ਜ਼ਿੰਮੇਵਾਰੀ ਹੁੰਦੀ ਆ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਜੇ ਮਿਲ ਕੇ ਰਹਿਣ 'ਚ ਜਿਹੜਾ ਆਨੰਦ ਆ ਨਾ ਉਹ ਡਿਵਾਈਡੇਸ਼ਨ ਵਿੱਚ ਨਹੀਂ ਆ। ਜਦੋਂ ਅਸੀਂ ਸਾਰੇ, ਕਿਉਂਕਿ ਇੱਕ ਕਹਾਣੀ 4th ਦੀ ਕਲਾਸ ਵਿੱਚ ਪੜ੍ਹੀ ਸੀਗੀ ਕਿ ਪਿਤਾ ਨੇ ਬੱਚਿਆਂ ਨੂੰ, 4 ਬੇਟੇ ਸੀ, 4 ਬੱਚਿਆਂ ਨੂੰ ਕਿਹਾ ਵੀ ਤਿਲ ਤਨ ਲੈ ਕੇ ਆਓ, ਉਹ ਤੋੜੇ। ਜਦੋਂ ਉਹਨਾਂ ਕਿਹਾ ਹੁਣ ਮੁੱਠਾ ਲੈ ਕੇ ਆਓ ਤੇ ਮੁੱਠਾ ਟੁੱਟਾ ਨਾ, ਉਹਨੇ ਇਹਨੂੰ ਤੋੜੋ, ਨਹੀਂ ਟੁੱਟਾ। ਇਹਦਾ ਮਤਲਬ ਕਿ ਅਸੀਂ ਮੁੱਠਾ ਬਣਨਾ। ਜੇ ਅਸੀਂ ਮੁੱਠਾ ਬਣਾਂਗੇ ਸਾਡੀ ਤਾਕਤ ਬਣੇਗੀ, ਸ਼ਕਤੀ ਬਣੇਗੀ। ਤੇ ਖਾਸ ਕਰਕੇ ਧਰਮ ਦੇ ਨਾਂ ਤੇ ਡਿਵਾਈਡੇਸ਼ਨ ਹੋ ਜਾਣੀ, ਇਹ ਉਸ ਤੋਂ ਵੀ ਬੁਰੀ ਗੱਲ ਹੋ ਜਾਂਦੀ ਹੈ। ਸੋ ਯਤਨ ਕਰਨਾ ਚਾਹੀਦਾ। ਮੈਂ ਇਹਨਾਂ ਨੂੰ ਸਤਿਗੁਰੂ ਕਿਰਪਾ ਕਰਨ ਕਿ ਇਸੇ ਤਰ੍ਹਾਂ ਕੌਮ ਦੀ, ਪੰਥ ਦੀ ਹੋਰ ਵੀ ਇਹਨਾਂ ਤੋਂ ਪ੍ਰੇਰਨਾ ਲੈਣ, ਨਗਰ ਤੇ ਇੱਕ ਗੁਰਦੁਆਰਾ ਸਾਹਿਬ ਕਰਨ ਦਾ ਯਤਨ ਕਰਨ। ਪਿਛਲੇ ਸਮੇਂ ਵਿੱਚ ਜਦੋਂ ਮਾਨਯੋਗ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸਾਹਿਬ ਨੇ ਸ਼ੁਰੂ ਕੀਤਾ ਸੀਗਾ, ਉਦੋਂ ਅਸੀਂ ਮਾਝੇ ਦੇ ਕੁਝ ਪਿੰਡਾਂ ਵਿੱਚ ਯਤਨ ਕੀਤਾ ਸੀ। 2 ਤੋਂ ਜਾਂ 5 ਤੋਂ 1 ਗੁਰਦੁਆਰੇ ਵੀ ਕੀਤੇ ਸੀਗੇ। ਕਾਫੀ ਪਿੰਡਾਂ ਵਿੱਚ ਪ੍ਰੋਗਰਾਮ ਇੱਦਾਂ ਦਾ ਉਲੀਕੇ ਗਏ ਸਨ, ਉਦੋਂ ਅਸੀਂ ਕੀਤੇ ਸੀਗੇ। ਉਦੋਂ ਮੈਂ ਇਹਦੇ ਸੁਲਤਾਨਪੁਰ ਨਹੀਂ ਸੀ ਆਇਆ, ਗੱਲ ਤਾਂ 2018 ਦੀ ਹੈ। ਮੈਂ 2018 ਸਤੰਬਰ ਵਿੱਚ ਇੱਥੇ ਆਉਣਾ, ਉਸ ਤੋਂ ਪਹਿਲਾਂ ਅਸੀਂ ਇਹ ਕਾਫੀ ਕਾਰਜ ਜਿਹੜੇ ਉਹ ਕੀਤੇ ਸੀਗੇ। ਸੋ ਸ਼੍ਰੋਮਣੀ ਕਮੇਟੀ ਇੱਦਾਂ ਦੇ ਕਾਰਜ ਕਰਦੀ ਰਹਿੰਦੀ ਹੈ। ਜਿਵੇਂ ਹੁਣ ਬਾਕੀ ਗੁਰਦੁਆਰਾ ਸਾਹਿਬ ਨੇ ਜਿਹੜੇ ਉੱਥੋਂ ਸਰੂਪ ਇਸ ਗੁਰਦੁਆਰਾ ਸਾਹਿਬ ਪ੍ਰਕਾਸ਼ ਕਰ ਦਿੱਤੇ ਗਏ ਨੇ, ਤੁਸੀਂ ਕੀ ਕਹਿਣਾ ਚਾਹੋਗੇ ਵੀ ਬਿਲਡਿੰਗਾਂ ਤੇ ਉੱਥੇ ਵੀ ਬਣੀਆਂ ਹੋਈਆਂ ਨੇ ਹੁਣ, ਹਨਾ, ਵੀ ਉਹਨਾਂ ਦੀ ਸਦ ਵਰਤੋਂ ਕੀ ਕੀਤੀ ਜਾ ਸਕਦੀ ਹੈ? ਮੇਰੇ ਤੇ ਸਮਝ 'ਚ ਆਉਂਦਾ ਕਿ ਉੱਥੇ ਬੱਚੀਆਂ ਵਾਸਤੇ ਕੋਈ ਕੰਪਿਊਟਰ ਸੈਂਟਰ
ਕੋਈ ਸਿਲਾਈ ਸੈਂਟਰ, ਇਦਾਂ ਦੇ ਸੈਂਟਰ ਖੋਲ੍ਹਣੇ ਚਾਹੀਦੇ ਆ, ਜਾਂ ਕਿਤੇ ਬੱਚਿਆਂ ਵਾਸਤੇ ਲਾਇਬ੍ਰੇਰੀ ਖੋਲ੍ਹੀ ਜਾਣੀ ਚਾਹੀਦੀ ਆ, ਤਾਂ ਕਿ ਵੱਖ-ਵੱਖ ਉਹਨਾਂ ਬਿਲਡਿੰਗਾਂ ਦੀ ਵਰਤੋਂ ਜਿਹੜੀ ਆ ਕੀਤੀ ਜਾ ਸਕਦੀ ਆ ਸੁਚੱਜੇ ਢੰਗ ਨਾਲ। ਅਸੀਂ ਜਿਹੜੇ ਕਰਵਾਏ ਸੀ ਉਦੋਂ ਕੁਝ ਗੁਰਦੁਆਰਿਆਂ ਵਿੱਚ ਅਸੀਂ ਕੰਪਿਊਟਰ ਸੈਂਟਰ ਖਿਲਾਏ ਸੀ, ਕਿਤੇ ਸਿਲਾਈ ਸੈਂਟਰ ਖਿਲਾਏ ਸੀ, ਕਿਤੇ ਅਸੀਂ ਲਾਇਬ੍ਰੇਰੀਆਂ ਵੀ ਖਿਲਾਈਆਂ ਸੀ ਜਿੱਥੇ ਇੱਕ ਗੁਰਦੁਆਰਾ ਸਾਹਿਬ ਬਣ ਕੀਤੇ ਸੀ। ਇਦਾਂ ਹੋ ਸਕਦੇ ਨੇ ਕਾਰਜ। ਗੱਲ ਤਾਂ ਇਕੱਠੇ ਹੋਣ ਦੀ ਆ ਤੇ ਸੁਚਾਰੂ ਢੰਗ ਨਾਲ ਚਲਾਉਣ ਦੀ ਆ। ਜਿਹੜਾ ਨਗਰ ਸੁਚਾਰੂ ਢੰਗ ਨਾਲ ਚੱਲਦਾ ਹੈ, ਇਕੱਠੇ ਹੋ ਕੇ ਚੱਲਦਾ ਹੈ, ਉਹਦੇ ਵਿੱਚ ਵਾਧਾ ਵੀ ਹੁੰਦਾ, ਚੰਗਾ ਅੱਗੇ ਤਰੱਕੀ ਦੇ ਰਸਤੇ ਵੀ ਖੁੱਲ੍ਹਦੇ ਆ। ਪਰ ਕਈ ਗੱਲਾਂ ਧੜੇਬੰਦੀਆਂ, ਪਾਰਟੀਬਾਜ਼ੀਆਂ ਜਿਹੜੀਆਂ ਨੇ, ਉਹ ਜ਼ਿਆਦਾਤਰ ਸਾਡਾ ਨੁਕਸਾਨ ਧੜੇਬੰਦੀਆਂ ਤੇ ਪਾਰਟੀਬਾਜ਼ੀਆਂ ਕਰਦੀਆਂ ਨੇ। ਪਾਰਟੀਬਾਜ਼ੀ ਤੋਂ ਇਹਨਾਂ ਗੱਲਾਂ ਲਈ ਮੈਂ ਬੇਨਤੀ ਕਰਾਂਗਾ, ਜ਼ਰੂਰ ਉੱਪਰ ਉੱਠਣਾ ਚਾਹੀਦਾ। ਤੇ ਇੱਥੇ ਗੁਰਦੁਆਰੇ ਦੇ ਅੰਦਰ ਐਂਟਰ ਹੋਣ ਲੱਗਿਆ ਘੱਟੋ ਘੱਟ ਆਪਣਾ ਧੜਾ ਤੇ ਆਪਣੀ ਪਾਰਟੀ ਜਿਹੜੀ ਉਹ ਬਾਹਰ ਛੱਡ ਕੇ ਆਉਣੀ ਚਾਹੀਦੀ ਜਦੋਂ ਗੁਰੂ ਕੋਲ ਆਉਣਾ। ਇਹ ਚੀਜ਼ਾਂ ਤੇ ਜ਼ਰੂਰੀ ਨੇ, ਕਿਉਂਕਿ ਜਦ ਗੁਰੂ ਕੋਲੇ ਆਉਣਾ ਤੇ ਉਦੋਂ ਰਾਜੇ ਮਹਾਰਾਜੇ ਵੀ ਆਉਂਦੇ ਰਹੇ ਨੇ ਗੁਰੂ ਕੋਲੇ, ਨਿਮਰਤਾ ਭਾਵ ਦੇ ਵਿੱਚ ਆਉਂਦੇ ਰਹੇ ਨੇ। ਇਹ ਅਸਲ 'ਚ ਜਦੋਂ ਅਸੀਂ ਗੁਰਦੁਆਰੇ ਆਪਣੇ ਆਪਾਂ ਲੈ ਕੇ ਆਉਂਦੇ ਆ, ਹਉਮੈ ਲੈ ਕੇ ਆਉਂਦੇ ਆ, ਈਗੋ ਲੈ ਕੇ ਆਉਂਦੇ ਆ, ਇੱਕ ਤਰ੍ਹਾਂ ਨਾਲ ਅਸੀਂ ਗੁਰੂ ਤੋਂ ਦੂਰ ਚਲੇ ਜਾਂਦੇ ਆ, ਗੁਰੂ ਦੇ ਸਿਧਾਂਤ ਤੋਂ ਦੂਰ ਚਲੇ ਜਾਂਦੇ ਆ, ਗੁਰੂ ਦੇ ਫਲਸਫੇ ਤੋਂ ਦੂਰ ਚਲੇ ਜਾਂਦੇ ਆ। ਇਸ ਕਰਕੇ ਲੋੜ ਇਹ ਹੁੰਦੀ ਹੈ ਕਿ ਜਦੋਂ ਗੁਰੂ ਕੋਲ ਆਉਣਾ ਉਦੋਂ ਆਪਾਂ ਭਾਵ ਛੱਡ ਕੇ, ਆਪਾਂ ਤਿਆਗ ਕੇ ਆਉਣਾ। ਇਹਦੇ ਵਿੱਚ ਵੀ ਇੱਕ ਬਹੁਤ ਵੱਡਾ ਵੱਡਪਣ ਹੁੰਦਾ। ਕਈ ਵਾਰ ਸਾਨੂੰ ਲੱਗਦਾ ਹੁੰਦਾ ਕਿ ਸਾਡਾ ਛੋਟਾਪਣ ਨਹੀਂ, ਉਹਦੇ ਵਿੱਚ ਛੋਟਾਪਣ ਨਹੀਂ, ਕਈ ਵਾਰ ਉਹਦੇ ਵਿੱਚ ਉਸ ਤੋਂ ਵੀ ਵੱਡਾਪਣ ਹੁੰਦਾ। ਜੇ ਕੋਈ ਕਿਸੇ ਦਾ ਇੱਕ ਨੇ ਕਹੀ ਕਹਿੰਦੇ ਦੂਜੇ ਨੇ ਮੰਨੀ, ਦੋਵੇਂ ਬਣ ਕੇ ਬ੍ਰਹਮ ਗਿਆਨੀ, ਉਹ ਗੱਲ ਬਣ ਜਾਂਦੀ ਆ। ਜੇ ਇੱਕ ਨੇ ਕਹਿ ਦਿੱਤੀ ਦੂਜਾ ਮੰਨਣ ਵਾਲਾ ਉਹ ਤੋਂ ਛੋਟਾ ਨਹੀਂ ਹੁੰਦਾ, ਮੰਨਣ ਵਾਲਾ ਵੀ ਉਸ ਤੋਂ ਵੱਡਾ ਹੁੰਦਾ ਵਾ। ਜੀ ਸੋ ਗੁਰੂ ਕਿਰਪਾ ਕਰੇ ਜੀ। ਹੋਰ ਨੌਜਵਾਨ ਵੀਰ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਵੀਰ ਜੀ ਹੁਣੀ ਵੀ ਆਏ ਨੇ, ਸੁਲਤਾਨਪੁਰ ਲੋਧੀ ਤੋਂ ਮੈਨੇਜਰ ਸਾਹਿਬ ਜੀ ਵੀ ਆਏ ਨੇ। ਕਿਵੇਂ ਲੱਗਦਾ ਜੀ ਤੁਹਾਨੂੰ, ਆਏ ਦਿਨ ਤੁਸੀਂ ਫੀਲਡ ਵਿੱਚ ਵਿਚਰਦੇ ਹੋ, ਵੱਖ-ਵੱਖ ਪਿੰਡਾਂ ਦੇ ਵਿੱਚ ਜਾਂਦੇ ਹੋ, ਕਿਵੇਂ ਲੱਗਦਾ ਵੀ ਜਿਹੜੀ ਏਕਤਾ ਦਾ ਸਬੂਤ ਦਿੱਤਾ ਇਹ ਟੁਰਨਾ ਨਿਵਾਸੀਆਂ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਖੁਸ਼ੀ ਦਾ ਦਿਨ ਆ ਕਿ ਪਿੰਡ ਟੁਰਨਾ, ਜ਼ਿਲ੍ਹਾ ਜਲੰਧਰ, ਜੋ ਕਿ ਛੋਟਾ ਜਿਹਾ ਨਗਰ ਆ, ਇਸ ਨਗਰ ਦੇ ਵਿੱਚ ਪਾ ਕੇ ਪਤਾ ਲੱਗਾ ਵੀ 3 ਗੁਰਦੁਆਰਾ ਸਾਹਿਬਾਨ ਆ। ਇਸ ਨਗਰ ਨੇ, ਸਮੂਹ ਨਗਰ ਨੇ ਬੜੀ ਸਰਬਸੰਮਤੀ ਨਾਲ, ਬੜੀ ਸੂਝ-ਬੂਝ ਦੇ ਨਾਲ ਜੋ ਫੈਸਲਾ ਕੀਤਾ ਕਿ 3 ਗੁਰਦੁਆਰਾ ਸਾਹਿਬਾਨ ਤੋਂ ਸਾਨੂੰ 1 ਗੁਰਦੁਆਰਾ ਸਾਹਿਬਾਨ ਕਰ ਦੇਣਾ ਚਾਹੀਦਾ। ਇਹ ਬਹੁਤ ਵਧੀਆ ਉਪਰਾਲਾ, ਅਸੀਂ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕਰਦੇ ਹਾਂ। ਤੁਹਾਨੂੰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਤਿਕਾਰਯੋਗ ਸੁਰਜੀਤ ਸਿੰਘ ਜੀ ਸਭਰਾ ਜੀ ਨੇ ਬੜੇ ਵਿਸਤਾਰ ਨਾਲ ਦੱਸਿਆ। ਸੋ ਇਸ ਉਪਰਾਲੇ ਦਾ, ਵਧੀਆ ਉਪਰਾਲੇ ਦਾ ਅਸੀਂ ਸਿਰਫ ਵਧਾਈ ਦੇਣ ਵਾਸਤੇ ਪਹੁੰਚੇ ਹਾਂ। ਅਸੀਂ ਸਮੂਹ ਨਗਰ ਨੂੰ ਬਹੁਤ ਵਧਾਈ ਦਿੰਦੇ ਹਾਂ, ਸਭ ਨੂੰ ਇਸ ਉਪਰਾਲੇ ਵਧੀਆ ਵਾਸਤੇ। ਸਭ ਬਾਕੀ ਨੂੰ ਬੇਨਤੀ ਕਰਦੇ ਹਾਂ ਕਿ ਜਿੱਥੇ 3 ਗੁਰਦੁਆਰਾ ਸਾਹਿਬਾਨ ਜਾਂ 2 ਆ, ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਗੁਰਦੁਆਰਾ ਸਾਹਿਬ ਇੱਕ ਹੀ ਰੱਖਣਾ ਚਾਹੀਦਾ। ਜੀ ਹੋਰ ਬਾਪੂ ਜੀ ਨਾਲ ਨੇ। ਬਾਪੂ ਜੀ ਇੰਨੀ ਉਮਰ ਹੋ ਗਈ ਹੈ ਤੁਹਾਡੀ, ਤੇ ਕਿਵੇਂ ਲੱਗਦਾ ਹੁਣ? ਖੁਸ਼ੀ ਲੱਗ ਰਹੀ ਹੈ ਨਾ ਵੀ ਹਾਂ ਪਿੰਡ ਦੇ ਵਿੱਚ ਜਿਹੜੀ ਹੈ ਏਕਤਾ ਬਣ ਗਈ ਹੈ, ਵੰਡੀਆਂ ਦੂਰ ਹੋ ਗਈਆਂ, ਜਾਤ ਬਰਾਦਰੀਆਂ ਦੂਰ ਹੋ ਗਈਆਂ, ਇੱਕ ਗੁਰਦੁਆਰਾ ਸਾਹਿਬ ਬਣ ਗਿਆ, ਤੇ ਹੁਣ ਸਾਨੂੰ ਅੱਗੇ ਵੀ ਤੁਰਨਾ ਚਾਹੀਦਾ ਹੈ, ਸਿਧਾਂਤ ਤੇ ਵੀ ਪਹਿਰਾ ਦੇਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਪਿੰਡ 'ਚ 3 ਗੁਰਦੁਆਰਾ ਸੀ, ਇੱਕ ਗੁਰਦੁਆਰਾ ਸੰਮਤੀ ਨਾਲ ਬਣ ਗਿਆ। ਸਾਨੂੰ ਇੰਨਾ ਖੁਸ਼ੀ ਹੈ ਕਿ ਬਹੁਤ ਜ਼ਿਆਦਾ ਜੀ। ਇਸ ਤਰ੍ਹਾਂ ਹਰ ਇੱਕ ਪਿੰਡ ਦੇ ਵਿੱਚ ਹੀ ਹੋਣਾ ਚਾਹੀਦਾ ਕਿ ਗੁਰਦੁਆਰਾ ਇੱਕ ਪਿਤਾ ਇੱਕ ਹੀ ਹਮ ਬਾਰਿਕ ਤੂੰ ਮੇਰਾ ਗੁਰੂ ਹਾਈ, ਇਸ ਤਰ੍ਹਾਂ ਹੋਵੇ। ਤੇ ਸਭ ਤੋਂ ਵਧੀਆ ਗੱਲ ਹੈ ਜਿਹੜੀਆਂ ਅਸੀਂ ਵੰਡੀਆਂ ਪਾ ਕੇ ਚੱਲਦੇ ਹੋ, ਚੰਗੀ ਗੱਲ ਨਹੀਂ। ਏਕਤਾ ਦੇ ਵਿੱਚ ਇੰਨਾ ਫਾਇਦਾ ਕਿ ਜਿਹਦਾ ਕੋਈ ਹਿਸਾਬ ਹੀ ਕੋਈ ਨਹੀਂ। ਮੇਰੇ ਲਾਗੇ ਨਵਾਂ ਪਿੰਡ ਦੋਨੇਵਾਲ ਆ, ਬਹੁਤ ਵੱਡਾ ਪਿੰਡ ਹੈ, ਇੱਕ ਗੁਰਦੁਆਰਾ ਸਾਹਿਬ ਆ, ਲੰਗਰ ਹਾਲ ਇੰਨਾ ਖੁਸ਼ਹਾਲ ਕਿ ਬਹੁਤ ਜ਼ਿਆਦਾ ਦੇਖ ਕੇ ਖੁਸ਼ੀ ਚੜ੍ਹ ਜਾਂਦੀ ਆ। ਮੈਂ ਇਹ ਚਾਹੁੰਦਾ ਕਿ ਮੇਰੇ ਇਸ ਪਿੰਡ ਨੂੰ ਇਸੇ ਤਰ੍ਹਾਂ 4 ਚੰਨ ਲੱਗਣ ਤੇ ਗੁਰਦੁਆਰਾ ਇੰਨੀ ਤਰੱਕੀ ਕਰੇ। ਮਹਾਰਾਜ ਦਾ ਹਰ ਟਾਈਮ ਜਸ ਹੋਵੇ, ਕੀਰਤਨ ਮਾਰ ਚੱਲਣ, ਸੁਬਾਹ ਸ਼ਾਮ ਦੇ ਨਿਤਨੇਮ ਰਹਿ ਰਸ ਹੋਵੇ। ਮੈਂ ਇਸ ਗੱਲ ਦੀ ਬਹੁਤ ਖੁਸ਼ੀ ਮਹਿਸੂਸ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਨੌਜਵਾਨ ਵੀ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਵੀਰੇ ਆਏ ਦਿਨ ਸੋਸ਼ਲ ਮੀਡੀਆ ਦੇ ਉੱਪਰ ਪੋਸਟਾਂ ਤੇ ਪੈ ਜਾਂਦੀਆਂ ਨੇ ਵੀ ਗੁਰਦੁਆਰਾ ਇੱਕ ਹੋਣਾ ਚਾਹੀਦਾ ਹੈ, ਲਾਈਕ ਕਮੈਂਟ ਕੀਤੇ ਜਾਂਦੇ ਨੇ, ਪਰ ਉਪਰਾਲੇ ਨਹੀਂ ਕੀਤੇ ਜਾਂਦੇ। ਤੁਹਾਡੇ ਪਿੰਡ ਨੇ ਪਹਿਲ ਕਦਮੀ ਜਿਹੜੀ ਕੀਤੀ ਹੈ, ਤੁਸੀਂ ਨੌਜਵਾਨ ਹੋ, ਤੁਹਾਡੇ ਨਾਲ ਹੋਰ ਵੀ ਨੌਜਵਾਨ ਜਿਹੜੇ ਖੜੇ ਨੇ, ਕਿਵੇਂ ਲੱਗਦਾ ਵੀ ਇਹ ਪਹਿਲ ਕਦਮੀ ਹੋਈ ਹੈ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਇਹ ਸਾਰਾ ਹੀ ਭੈਣ ਭਰਾਵਾਂ ਨਾਲ ਹੀ ਹੋਇਆ ਜੀ। ਇਹ ਆਪਣੇ ਵੀਰ ਜਿਹੜੇ ਵੱਡੇ ਛੋੜੇ ਸਾਰੇ ਇਹਨਾਂ ਨੇ ਚੱਕਿਆ, ਨਾਲ ਬਜ਼ੁਰਗ ਆਪਣੇ ਤੇ ਪਹਿਲ ਕੀਤੀ ਹੈ। ਸਾਰਾ ਕੁਝ ਇਹ ਹੋਇਆ ਕਾਰਜ ਰਾਸੀ, ਬਹੁਤ ਵਧੀਆ ਹੋਇਆ ਜੀ। ਮਾਤਾਵਾਂ ਕੀ ਕਹਿੰਦੀਆਂ ਨੇ? ਜਿਵੇਂ ਹੁਣ ਪਿੰਡ ਦੇ ਵਿੱਚ ਅਕਸਰ ਹੁੰਦਾ ਹੈ, ਮਾਤਾਵਾਂ ਜਿਹੜੀਆਂ ਉਹ ਕਹਿੰਦੀਆਂ ਹੁੰਦੀਆਂ ਵੀ ਅਸੀਂ ਦੂਰ ਨਹੀਂ ਜਾ ਸਕਦੀਆਂ, ਸਾਡੇ ਗੁਰਦੁਆਰਾ ਸਾਹਿਬ ਨੇੜੇ ਸੀ ਆ, ਜਦ ਕਿ ਚਾਹੀਦਾ ਤੇ ਇਹ ਹੈ ਵੀ ਚਲੋ ਕੋਈ ਗੱਲ ਨਹੀਂ, ਜੇ ਨੇੜੇ ਵਾਲਾ ਗੁਰਦੁਆਰਾ ਸਾਹਿਬ ਥੋੜਾ ਜਿਹਾ ਦੂਰ ਚਲੇ ਗਿਆ, ਕਿਉਂਕਿ ਛੋਟਾ ਜਿਹਾ ਤੇ ਇੱਕ ਪਿੰਡ ਹੈਗਾ,
ਤੇ ਕਿੱਡੀ ਕੁ ਵੱਡੀ ਗੱਲ ਹੈ। ਜੇ ਆਪਾਂ 2 ਟਾਈਮ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ ਤਾਂ ਫਿਰ ਰਹਿ ਵੀ ਪਿੱਛੇ ਕੀ ਗਿਆ, ਹਨਾ। ਕੋਈ ਵੱਡੀ ਗੱਲ ਨਹੀਂ ਹੈਗੀ ਜੀ, ਥੋੜਾ ਜਿਹਾ ਦੂਰ ਜਾਣਾ ਵੀ ਪੈ ਜਾਵੇ। ਮਤਾਵਾਂ ਦੇ ਵਿੱਚ ਕੀ ਚੱਲਦਾ? ਇਹ ਵਾਹਿਗੁਰੂ ਜੀ ਗੁਰੂ ਘਰ ਦਾ ਮਤਲਬ ਇਹ, ਜੇ ਆਪਾਂ ਜਿੱਥੋਂ ਘਰੋਂ ਚੱਲੂਗੇ ਉੱਥੋਂ ਆਪਣੀ ਹਾਜ਼ਰੀ ਸ਼ੁਰੂ ਹੋ ਜਾਂਦੀ। ਜੇ ਆਪਾਂ ਹੋਰ ਬੇਰ ਸਾਹਿਬ ਵੀ ਜਾਂਦੇ ਆ ਜੀ, ਹੋਰ ਏਡੀ ਏਡੀ ਦੂਰ ਯਾਤਰਾ ਕਰਦੇ ਹੋ, ਆਪਾਂ ਮਨ ਚ ਧਰ ਕੇ ਜਾਂਦੇ ਗੁਰੂ ਗ੍ਰੰਥ ਸਾਹਿਬ ਨੂੰ, ਉੱਥੇ ਹੀ ਆਪਾਂ ਦਰਸ਼ਨ ਹੁੰਨੇ ਕਰਦੇ ਆ, ਉੱਥੇ ਉਹ ਗੁਰੂ ਸਾਹਿਬ ਨੂੰ ਨਤਮਸਤਕ ਹੁੰਦੇ ਆ। ਤੇ ਇਹੀ ਗੁਰੂ ਸਾਹਿਬ ਇੱਥੇ ਆ ਜੀ, ਉਹ ਦਿਲ ਚੋਂ ਕੱਢਣਾ ਪੈਣਾ ਜੀ ਆਪਾਂ ਨੂੰ ਕਿ ਗੁਰੂ ਸਾਹਿਬ ਇਹੀ ਇੱਥੇ ਆ ਤੇ ਉਹੀ ਉੱਥੇ ਆ, ਬਸ ਇਹੀ ਆ ਜੀ। ਹਾਂਜੀ, ਹੋਰ ਨੌਜਵਾਨ ਵੀ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਵੀਰੇ, ਨਗਰ ਨਿਵਾਸੀ ਹੋ, ਨੌਜਵਾਨ ਹੋ, ਤੁਸੀਂ ਪਤਵੰਤੇ ਹੋ ਪਿੰਡ ਦੇ, ਕਿਵੇਂ ਲੱਗਦਾ ਹੈ ਜਿਵੇਂ ਬਜ਼ੁਰਗ ਨੇ ਉਸ ਜਿਹੜੀ ਉਹਨਾਂ ਨੂੰ ਵੀ ਸੋਝੀ ਆਈ ਹੈ, ਹਨਾ? ਕਿਉਂਕਿ ਅਕਸਰ ਜਿਹੜਾ ਬਜ਼ੁਰਗ ਹੁੰਦੇ ਨੇ ਉਹ ਚੀਜ਼ਾਂ ਕਰਨਾ ਨਹੀਂ ਚਾਹੁੰਦੇ ਹੁੰਦੇ, ਪਰ ਤੁਹਾਡੇ ਪਿੰਡ ਦੇ ਬਜ਼ੁਰਗਾਂ ਨੇ ਵੇਖਲਾ ਉਪਰਾਲਾ ਕੀਤਾ, ਬਹੁਤ ਸਾਰੀਆਂ ਮਤਾਵਾਂ ਵੀ ਹੋਣਗੀਆਂ, ਕਿਵੇਂ ਲੱਗਦਾ ਤੁਹਾਨੂੰ? ਦੇਖੋ ਜੀ, ਸਾਨੂੰ ਤਾਂ ਇਦਾਂ ਲੱਗ ਰਿਹਾ ਕਿ ਇਹ ਕੰਮ ਬੜਾ ਇੱਕ ਅਸੀਂ ਬਹੁਤ ਵੱਡਾ ਉਪਰਾਲਾ ਕਰ ਲਿਆ, ਕਿਉਂਕਿ ਸੋਚ ਸਾਡੀ ਜਿੰਨੀ ਕਿ ਲੱਗਦੀ ਆ, ਜਦੋਂ ਕਦੀ ਮੈਂ ਸੁਰਤ ਸੰਭਾਲੀ ਆ, ਮੇਰੇ ਮਨ 'ਚ ਇਹੀ ਹੁੰਦਾ ਸੀ ਕਿ ਗੁਰੂ ਘਰ ਇੱਕ ਹੋ ਜਾਵੇ। ਤੇ ਦੇਖਦੇ ਹੁੰਦੇ ਸੀ ਘਰ ਵਿੱਚ, ਮੇਰਾ ਘਰ ਪਿੰਡ ਦੇ ਸੈਂਟਰ ਵਿੱਚ ਪੈਂਦਾ ਜੀ, ਜਦੋਂ ਕਿਤੇ ਸੁੱਖ ਨਾਲ 3 ਗੁਰਦੁਆਰਿਆਂ ਵਿੱਚ ਸਪੀਕਰ ਚੱਲਦੇ ਸੀ ਤੇ ਸਾਨੂੰ ਕੋਈ ਵੀ ਮਤਲਬ ਨਾ ਇੱਧਰਲੀ ਬਾਣੀ ਪਤਾ ਲੱਗਣੀ, ਨਾ ਉੱਧਰਲੀ। ਇਸ ਕਰਕੇ ਮੈਂ ਤਾਂ ਇੰਨੀ ਕੁ ਖੁਸ਼ੀ ਵਾਲੀ ਇਹ ਲਹਿਰ ਸਾਡੇ ਪਿੰਡ ਵਿੱਚ ਦੌੜ ਗਈ ਹੈ। ਮਤਲਬ ਸਾਡੇ ਪਿੰਡ ਵਿੱਚ ਇਸ ਟਾਈਮ 95% ਲੋਕ ਬੜੇ ਹੀ ਖੁਸ਼ ਨੇ ਇਸ ਕੰਮ ਤੋਂ। ਨੌਜਵਾਨ ਕੀ ਕਹਿੰਦੇ ਨੇ ਇਸ ਉਪਰਾਲੇ ਦੇ ਲਈ? ਦੇਖੋ ਜੀ, ਨੌਜਵਾਨ ਤੇ ਇਦਾਂ ਕਿ ਬਾਹਰੋਂ ਫੋਨ ਆ ਰਹੇ ਨੇ ਵੀ ਇਹ ਇੰਨਾ ਵਧੀਆ ਕੰਮ ਹੋ ਰਿਹਾ, ਜੋ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ ਸਾਡੇ ਵੀਰ, ਸਾਰੇ ਹੀ ਇੰਨੀ ਖੁਸ਼ੀ ਦੀ ਲਹਿਰ ਆ ਸਾਰਿਆਂ ਦੇ ਵਿੱਚ, ਕੋਈ ਇੱਕਾ ਦੁੱਕਾ ਨੂੰ ਛੱਡ ਕੇ ਸਾਰੇ ਹੀ ਖੁਸ਼ ਨੇ ਜੀ। ਜਿਵੇਂ ਪੋਸਟਾਂ ਵਾਇਰਲ ਹੋ ਰਹੀਆਂ ਨੇ, ਮਾਣ ਨਹੀਂ ਮਹਿਸੂਸ ਹੋ ਰਿਹਾ ਵੀ ਸਾਡੇ ਪਿੰਡ ਨੂੰ ਜੇ ਨਹੀਂ ਵੀ ਲੋਕ ਜਾਣਦੇ ਤਾਂ ਉਹ ਵੀ ਜਾਣਨਗੇ ਹੁਣ? ਬਿਲਕੁਲ ਜੀ, ਇਸ ਟਾਈਮ ਤਾਂ ਸਾਰੇ ਸੋਸ਼ਲ ਮੀਡੀਆ ਤੇ ਇਹ ਚੀਜ਼ ਛਾਈ ਹੋਈ ਆ ਤੇ ਸਾਨੂੰ ਵੀ ਮਤਲਬ ਮੈਸੇਜ ਆ ਰਹੇ ਦੂਰੋਂ ਤੇ ਬਹੁਤ ਵਧੀਆ ਉਪਰਾਲਾ ਇਹ ਮਾਲਕ ਨੇ ਆਪ ਸੰਗਤਾਂ ਕੋਲੋਂ ਕਰਵਾਇਆ ਵਾ, ਉਸ ਪ੍ਰਮਾਤਮਾ ਨੇ, ਤੇ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਡੇ ਲਈ। ਹੋਰ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਪੰਜਾਬ ਦੇ ਵਿੱਚ ਹੀ 13,000 ਦੇ ਲਗਭਗ ਪਿੰਡ ਨੇ, ਬਹੁਤ ਗੁਰਦੁਆਰਾ ਸਾਹਿਬ ਬਣੇ ਹੋਏ ਨੇ, 8-8, 10-10, 15-15 ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਕੀ ਕਹਿਣਾ ਚਾਹੁੰਦੇ ਹੋ ਅਖੀਰ ਚੱਲਣਾ? ਜੀ, ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਧੜੇਬੰਦੀ ਤੋਂ ਉੱਪਰ ਉੱਠ ਕੇ ਗੁਰੂ ਮਹਾਰਾਜ ਨਾਲ ਆਪਾਂ ਇੱਕ ਹੋ ਕੇ ਇੱਕ ਵਾਰੀ ਇੱਕ ਚੱਲਣਾ ਵਾ, ਬਸ ਏਕੇ ਦਾ ਇਹ ਨਾਰਾ ਲਾਉਣਾ ਵਾ ਆਪਾਂ। ਗੁਰੂ ਮਹਾਰਾਜ ਵੀ ਆਪਾਂ ਨੂੰ ਏਕੇ ਦਾ ਹੀ ਨਾਰਾ ਦੇ ਕੇ ਗਏ ਨੇ ਤੇ ਆਪਾਂ ਉਸ ਏਕੇ ਦੇ ਨਾਰੇ ਨੂੰ ਬੁਲੰਦ ਰੱਖਣਾ ਜੀ। ਬਹੁਤ ਬਹੁਤ ਧੰਨਵਾਦ ਜੀ। ਇਹ ਉਹ ਪਿੰਡ ਹੈ ਜਿਸ ਦੇ ਨਗਰ ਨਿਵਾਸੀਆਂ ਨੇ ਪਹਿਲ ਕਦਮੀ ਕੀਤੀ ਹੈ ਤੇ ਸਾਨੂੰ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਇਸ ਦੇ ਬਾਬਤ। ਕਈ ਪਿੰਡਾਂ ਦੇ ਵਿੱਚ ਵੇਖਿਆ ਵੀ ਇੱਕ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣੀ ਹੁੰਦੀ ਹੈ, ਹਜੇ ਇੱਕ ਘਰ ਵੀ ਨਾਲ ਨਹੀਂ ਹੁੰਦਾ, ਕਈ ਵਾਰ ਤੇ ਕੰਧ ਦੇ ਨਾਲ ਕੰਧ ਸਾਂਝੀ ਹੁੰਦੀ ਹੈ ਵੀ ਇੱਕ ਹੋਰ ਗੁਰਦੁਆਰਾ ਸਾਹਿਬ ਬਣਾ ਦਿੱਤਾ ਜਾਂਦਾ। ਵੈਸੇ ਗੁਰਦੁਆਰਾ ਸਾਹਿਬ ਸਿੱਖਿਆ ਕੇਂਦਰ ਸੀਗੇ ਜਿਨ੍ਹਾਂ ਨੂੰ ਅਸੀਂ ਪੂਜਾ ਸਥਾਨ ਬਣਾ ਲਿਆ ਤੇ ਕੇਵਲ ਪੂਜਾ ਤੱਕ ਸਹਿਮਤ ਰਹਿ ਗਏ ਹਾਂ ਤੇ ਵੰਡੀਆਂ ਪੈ ਗਈਆਂ ਨੇ। ਜੇ ਅਸੀਂ ਗੁਰਦੁਆਰਾ ਸਾਹਿਬ ਵੰਡਣੇ ਸੀ ਤਾਂ ਉਹਦੇ ਨਾਲ ਦੇ ਨਾਲ ਅਸੀਂ ਮੜੀਆਂ ਮਸਾਣਾ ਵੀ ਵੰਡ ਲਈਆਂ, ਸ਼ਮਸ਼ਾਨ ਘਾਟ ਵੀ ਵੰਡ ਲਏ, ਤੇ ਇਦਾਂ ਦੇ ਹਾਲਾਤ ਜਿਹੜੇ ਉਹਨਾਂ ਦੇ ਬਣੇ ਹੋਏ ਨੇ ਜਿਹੜੇ ਸਿੱਖ ਨਾਮ ਲੇਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਣ ਵਾਲੇ ਨੇ। ਸਾਨੂੰ ਜਾਗਰੂਕਤਾ ਲਿਆਉਣੀ ਪਏਗੀ, ਇੱਕ ਹੋਣਾ ਪਏਗਾ। ਜਿਵੇਂ ਗਿਆਨੀ ਜੀ ਨੇ ਬੜੀ ਸੋਹਣੀ ਗੱਲ ਕੀਤੀ ਸੀ ਵੀ ਸਾਡਾ ਗੁਰੂ ਇੱਕ ਹੈ, ਸਾਡਾ ਸਿਧਾਂਤ ਇੱਕ ਹੈ, ਸਾਡਾ ਪਿਤਾ ਇੱਕ ਹੈ। ਜੇ ਸਾਡਾ ਸਿਧਾਂਤ, ਸਾਡਾ ਗੁਰੂ ਤੇ ਸਾਡਾ ਪਿਤਾ ਇੱਕ ਹੈ ਤਾਂ ਸਾਨੂੰ ਇੱਕ ਹੋਣ ਦੇ ਵਿੱਚ ਕੀ ਪ੍ਰੋਬਲਮ ਹੈ? ਸਾਨੂੰ ਜਾਗਣਾ ਪਏਗਾ। ਅਸੀਂ ਮੁਬਾਰਕਬਾਦ ਦਿੰਦੇ ਹਾਂ ਸੁਰਖਾਬ ਟੀਵੀ ਦੇ ਵੱਲੋਂ। ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ ਤੇ ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ।